ਮੈਂ ਆਪਣੀ ਗੱਲ ਕਰਾਂ ਕਿ ਕਿਸੇ ਵੀ ਪਬਲਿਕ ਪਲੇਟਫਾਰਮ ਦੇ ਉੱਪਰ ਜਾ ਕੇ ਵਾਵਾ ਖੱਟਣ ਲਈ ਇਹ ਕਹੀਏ ਜੀ ਅਸੀਂ ਆਹ ਕਰਤਾ ਜੀ ਅਸੀਂ ਉਹ ਕਰਤਾ ਅਸੀਂ ਇਹ ਕਰਤਾ, ਸਾਡੀ ਕੋਈ ਵੀ ਇਦਾਂ ਦੀ ਮਨਸ਼ਾ ਨਹੀਂ ਸੀ। ਬਟ ਕਿਸੇ ਨੇ, ਮੈਂ ਇੱਕ WhatsApp ਪ੍ਰਾਈਵੇਟ ਗਰੁੱਪ ਦੇ ਵਿੱਚ ਜਿਹੜਾ 32 ਕਿਸਾਨ ਜਥੇਬੰਦੀਆਂ ਦਾ, ਉਹਦੇ ਵਿੱਚ ਤਕਰੀਬਨ 2 ਵਾਰੀ ਪਹਿਲਾਂ ਕਹਿ ਚੁੱਕਿਆ ਸੀਗਾ। ਉਸ ਤੋਂ ਬਾਅਦ ਲੇਟੈਸਟ ਹੁਣ ਮੈਂ ਥੋੜ੍ਹਾ ਜਿਹਾ ਸਖਤੀ ਨਾਲ ਕਿਹਾ ਕਿ ਤੁਸੀਂ ਕਹੀ ਤਾਂ ਜਾਂਦੇ ਹੋ ਲੱਖਾਂ ਰੁਪਈਆ ਉਹ ਯਾਰ ਮੇਰੇ ਕੋਲ ਤੁਸੀਂ ਹਿਸਾਬ ਲੈ ਕੇ ਤੁਸੀਂ ਆਪ ਜਨਤਕ ਕਰ ਦਿਓ ਜੀ, ਤੁਸੀਂ ਕਲੈਰਿਟੀ ਤਾਂ ਦਵੋ। ਇੱਕ ਹਾਈਪ ਜੀ ਕ੍ਰੀਏਟ ਕਰ ਦਿੱਤੀ ਗਈ ਕਿ ਐਦਾਂ ਹੋ ਗਿਆ, ਕਰੋੜਾਂ ਰੁਪਈਆ ਆ ਗਿਆ, ਬਲਜੀਤ ਕਰੋੜਾਂ ਰੁਪਈਆ ਖਾ ਗਿਆ। ਬਟ ਮੈਨੂੰ ਇਹ ਹੈ ਕਿ ਪੈਸੇ ਖਾਣ ਲਈ ਪਹਿਲਾਂ ਪੈਸੇ ਆਉਣੇ ਚਾਹੀਦੇ ਆ। ਲਤ ਇਹ ਦੱਸੋ ਕਿ ਕੀ ਦਿੱਲੀ ਦੇ ਬਾਰਡਰ ਦੇ ਲਈ ਬਣਾਇਆ ਗਿਆ ਸੀਗਾ ਜਾਂ ਜਿਹੜੀਆਂ ਕਿਸਾਨਾਂ ਦੀਆਂ ਗੱਲਾਂ ਨੂੰ ਅੱਗੇ ਲਿਜਾਣ ਦੇ ਲਈ ਬਣਾਇਆ ਗਿਆ ਸੀਗਾ ਇਹ IT ਸੈੱਲ, ਜਾਂ ਫਿਰ ਤੁਸੀਂ ਜਿਸ ਤਰ੍ਹਾਂ ਵਿਵਾਦ ਬਣਿਆ ਹੁਣ ਕਿ ਨਿੱਜੀ ਵਰਤੋਂ ਕਰ ਰਹੇ ਹੋ? ਇੱਕ ਹੋਰ ਗੱਲ ਹੈ ਕਿ ਇੱਕ ਜਿਹੜਾ ਕਿਸਾਨ ਏਕਤਾ ਮੋਰਚਾ ਦਾ ਇੱਕ ਲੋਗੋ ਹੈ, ਉਹ ਵੀ ਕਿਸੇ ਹੋਰ ਕੰਪਨੀ ਦੇ ਅਧਿਕਾਰੀ ਕੋਲੇ ਦਿਖ ਰਿਹਾ, ਹੋਰ ਕੰਪਨੀ ਦੇ ਜਿਹੜੇ ਨਾਲ ਸੰਬੰਧਿਤ ਕੋਈ ਆਦਮੀ ਹੈ, ਵਿਅਕਤੀ ਹੈ, ਉਹਦੇ ਕੋਲੇ ਦਿਖ ਰਿਹਾ, ਔਰ ਇਹਦੇ ਨਾਲ ਹੀ ਪੈਸਿਆਂ ਦੀ ਬੜੀ ਗੱਲਬਾਤ ਚੱਲ ਰਹੀ ਹੈ। ਤੁਸੀਂ ਕਹਿੰਦੇ ਹੋ ਸਾਨੂੰ ਕੁਛ ਨਹੀਂ ਮਿਲਿਆ, ਸੰਯੁਕਤ ਕਿਸਾਨ ਮੋਰਚੇ ਨੇ ਕੁਛ ਨਹੀਂ ਦਿੱਤਾ, ਔਰ ਉਹ ਕਹਿੰਦੇ ਨੇ ਅਸੀਂ ਔਨ ਰਿਕਾਰਡ ਜਿਹੜਾ 36 ਲੱਖ ਰੁਪਇਆ ਦਿੱਤਾ ਹੈ। ਰਮਿੰਦਰ ਪਟਿਆਲਾ ਜੀ ਨੇ ਸਟੇਜ ਤੋਂ ਇਹ ਗੱਲ ਕਹਿਤੀ ਕਿ 36 ਲੱਖ ਰੁਪਈਆ ਜਾਂ 35-36 ਲੱਖ ਰੁਪਈਆ ਜਿੰਨਾ ਵੀ ਕਿਹਾ ਉਹਨਾਂ ਨੇ, ਇੰਨਾ ਕੁ ਅਮਾਊਂਟ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਉੱਪਰ ਲੱਗ ਗਿਆ ਜੀ। ਬਟ ਉਹਨਾਂ ਨੂੰ ਚਾਹੀਦਾ ਸੀ ਉਹਨੂੰ ਥੋੜ੍ਹਾ ਜਿਹਾ ਬਰੀਫਲੀ ਐਕਸਪਲੇਨ ਕਰ ਦਿੰਦੇ। ਉਹ ਸਾਰਾ ਜੁੜ ਗਿਆ ਮੇਰੇ ਨਾਲ ਜੀ ਵੀ ਬਲਜੀਤ ਨੂੰ ਦਿੱਤਾ। ਤੁਹਾਨੂੰ ਯਾਦ ਹੋਊਗਾ ਜਦੋਂ ਸਰਕਾਰ ਨੇ ਉੱਥੇ ਇੰਟਰਨੈਟ ਬਿਲਕੁਲ ਬੰਦ ਕਰਤਾ ਸੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ, ਬਿਲਕੁਲ ਉਸ ਟਾਈਮ ਤੇ ਮੈਂ ਕਿਸਾਨ ਆਗੂਆਂ ਦੇ ਨਾਲ ਜਦੋਂ ਗੱਲਬਾਤ ਹੋਈ ਕਿ ਪਬਲਿਕ ਨੂੰ ਸੁਨੇਹਾ ਪਹੁੰਚਾਉਣ ਲਈ, ਪਬਲਿਕ ਦੇ ਨਾਲ ਗੱਲ ਕਰਨ ਲਈ ਸੰਗਤ ਦਾ ਪੈਸਾ, ਸੰਗਤ ਨੇ ਪੈਸਾ ਇਸ ਕਰਕੇ ਭੇਜਿਆ ਕਿ ਤੁਸੀਂ ਕਿਸਾਨ ਅੰਦੋਲਨ ਜਿੱਤੋ, ਬਿਲਕੁਲ, ਤੇ ਜਿੱਥੇ ਸਹੀ ਲੱਗਣਾ ਚਾਹੀਦਾ ਉੱਥੇ ਲਾਓ। ਤੁਹਾਨੂੰ ਦੇਖਿਆ ਹੋਊਗਾ ਕਈ ਵਾਰੀ ਕੰਪਨੀਆਂ ਦੇ ਮੈਸੇਜ ਆਉਂਦੇ ਆ ਤੁਹਾਡੇ ਟੈਕਸਟ ਮੈਸੇਜ ਦੇ ਵਿੱਚ ਟੈਕਸਟ ਮੈਸੇਜ ਆਉਂਦੇ ਆ, ਤੇ ਉਹ ਜਿਹੜੇ ਹੁੰਦੇ ਆ ਉਹ ਕਿਸੇ ਨੂੰ 14 ਪੈਸੇ ਦਾ ਇੱਕ ਮੈਸੇਜ ਪੈਂਦਾ, ਕਿਸੇ ਨੂੰ 12 ਪੈਸੇ ਦਾ, ਨੈਗੋਸ਼ੀਏਸ਼ਨ ਕਰਕੇ ਕਿੱਦਾਂ ਵੀ। ਉਸ ਸਮੇਂ ਦੌਰਾਨ 1 ਕਰੋੜ ਟੈਕਸਟ ਮੈਸੇਜ ਦਾ ਇੱਕ ਪੈਕੇਜ ਲਿਆ ਗਿਆ। ਨਿਰਪੱਖ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਪ੍ਰੀਤ ਸਿੰਘ। ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ 1 ਸਾਲ ਕਿਸਾਨੀ ਸੰਘਰਸ਼ ਚੱਲਿਆ, ਔਰ ਇਸ ਦਰਮਿਆਨ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਦੋਂ ਕਿਸਾਨ ਗਏ ਤਾਂ ਉੱਥੇ ਬਣਿਆ ਸੰਯੁਕਤ ਕਿਸਾਨ ਮੋਰਚਾ, ਔਰ ਉਸ ਤੋਂ ਬਾਅਦ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਦੇ ਲਈ ਇੱਕ ਡਿਜੀਟਲ ਮੰਚ ਦੀ ਲੋੜ ਪਈ, ਔਰ ਉਹ ਜ਼ਿੰਮੇਵਾਰ ਕੰਮ ਸੀ ਜਿਹੜਾ ਉਹ ਸੰਭਾਲਿਆ ਕਿਸਾਨ ਏਕਤਾ ਮੋਰਚਾ ਨੇ। ਔਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਕਿਸਾਨ ਸੰਘਰਸ਼ ਫਤਿਹ ਹੋ ਕੇ ਕਿਸਾਨ ਘਰਾਂ ਨੂੰ ਆ ਚੁੱਕੇ ਨੇ, ਔਰ ਪੰਜਾਬ ਦੀਆਂ 22 ਜਥੇਬੰਦੀਆਂ ਚੋਣ ਲੜਨ ਦਾ ਐਲਾਨ ਕਰ ਚੁੱਕੀਆਂ ਨੇ, ਔਰ ਸੰਯੁਕਤ ਕਿਸਾਨ ਮੋਰਚੇ ਤੋਂ ਜਿਹੜਾ ਇੱਕ ਤਰ੍ਹਾਂ ਦੇ ਨਾਲ ਦੂਰੀਆਂ ਜਿਹੜੀਆਂ ਬਣ ਗਈਆਂ ਨੇ, ਤਾਂ ਇਸ ਦਰਮਿਆਨ ਇੱਕ ਰੌਲਾ ਪਿਆ ਹੋਇਆ ਕਿਸਾਨ ਗਰੁੱਪਾਂ ਦੇ ਵਿੱਚ ਵੀ। ਇਹ ਰੌਲਾ ਪਿਆ ਦਿੱਲੀ ਦੇ ਉੱਪਰ ਜਿਹੜੇ ਬਣੇ ਸੀਗੇ ਦਿੱਲੀ ਦੇ ਬਾਰਡਰਾਂ ਦੇ ਉੱਪਰ, ਔਰ ਹੋਰ ਵੀ ਸੋਸ਼ਲ ਮੀਡੀਆ ਜਿਹੜੇ ਮਾਧਿਅਮ ਨੇ ਉਹਨਾਂ ਦੇ ਉੱਪਰ ਇਹ ਚਰਚਾ ਹੋ ਰਹੀ ਹੈ ਕਿ ਕਿਸਾਨ IT ਸੈੱਲ ਦੇ ਉੱਪਰ ਕਿਹਦਾ ਹੱਕ ਹੈ ਅੱਜ ਦੇ ਸਮੇਂ ਦੇ ਵਿੱਚ? ਕੀ ਸੰਯੁਕਤ ਕਿਸਾਨ ਮੋਰਚੇ ਦਾ ਹੱਕ ਹੈ? ਕੀ ਪੰਜਾਬ ਦੀਆਂ 22 ਜਥੇਬੰਦੀਆਂ ਦਾ ਹੱਕ ਹੈ? ਜਾਂ ਫਿਰ ਇਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਹੈ? ਤਾਂ ਜੇ ਪ੍ਰਾਈਵੇਟ ਪ੍ਰਾਪਰਟੀ ਹੈ ਤਾਂ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਕਿ ਜਿਹੜਾ ਕਿਸਾਨ ਏਕਤਾ ਮੋਰਚਾ ਕਿਸੇ ਦੀ ਨਿੱਜੀ ਜਾਇਦਾਦ ਹੈ? ਤਾਂ ਹੋਰ ਬਹੁਤ ਸਾਰੇ ਸਵਾਲ ਨੇ, ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਮੇਰੇ ਨਾਲ ਬਲਜੀਤ ਨੇ, ਲਗਾਤਾਰ IT ਸੈੱਲ ਨੂੰ ਜਿਹੜੇ ਹੈੱਡ ਕਰਦੇ ਰਹੇ। ਸਵਾਗਤ ਹੈ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਧੰਨਵਾਦ। ਬਹੁਤ ਪਾਪੂਲਰ ਹੈ, ਦੁਨੀਆ ਜਾਣਦੀ ਹੈ, ਮਿਲੀਅਨਸ ਦੇ ਵਿੱਚ ਫੋਲੋਅਰ ਨੇ, ਤਾਂ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜਾ ਰੌਲਾ ਪੈਣ ਦੇ ਕੀ ਕਾਰਨ ਨੇ? ਦੇਖੋ, ਸਭ ਤੋਂ ਪਹਿਲਾਂ ਤੇ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਸ਼ੁਰੂਆਤ ਕਰਨ ਤੋਂ ਬਾਅਦ ਇਹਨੂੰ ਬਣਾਇਆ, ਚਲਾਇਆ, ਡਿਵੈਲਪ ਕੀਤਾ, ਹਰ ਇੱਕ ਚੀਜ਼ ਕੀਤੀ, ਤੇ ਆਪਣੇ ਮਤਲਬ ਪੂਰੇ ਮਨ ਨੂੰ ਤਸੱਲੀ ਰਹੀ ਹੈ ਕਿ ਜੋ ਅਸੀਂ ਕੀਤਾ, ਅਸੀਂ ਕੋਈ ਵੀ ਆਪਣੇ ਵੱਲੋਂ ਕਸਰ ਨਹੀਂ ਛੱਡੀ, ਅਸੀਂ ਆਪਣਾ ਜਿੰਨਾ ਬੈਸਟ ਸੀ 100% ਦਿੱਤਾ। ਇਹ ਰੌਲੇ ਕਿਉਂ ਪੈ ਰਹੇ ਨੇ, ਕੌਣ ਪਾ ਰਿਹਾ? ਨਾ ਹੀ ਅਸੀਂ ਚਾਹੁੰਦੇ ਸੀਗੇ ਕਿ ਅਸੀਂ, ਮੈਂ ਆਪਣੀ ਗੱਲ ਕਰਾਂ ਕਿ ਕਿਸੇ ਵੀ ਪਬਲਿਕ ਪਲੇਟਫਾਰਮ ਦੇ ਉੱਪਰ ਜਾ ਕੇ ਵਾਵਾ ਖੱਟਣ ਲਈ ਇਹ ਕਹੀਏ ਜੀ ਅਸੀਂ ਆਹ ਕਰਤਾ ਜੀ ਅਸੀਂ ਉਹ ਕਰਤਾ ਅਸੀਂ ਇਹ ਕਰਤਾ, ਸਾਡੀ ਕੋਈ ਵੀ ਇੱਦਾਂ ਦੀ ਮਨਸ਼ਾ ਨਹੀਂ ਸੀ। ਬਟ ਕਿਸੇ ਨੇ, ਮੈਂ ਇੱਕ WhatsApp ਪ੍ਰਾਈਵੇਟ ਗਰੁੱਪ ਦੇ ਵਿੱਚ ਜਿਹੜਾ 32 ਕਿਸਾਨ ਜਥੇਬੰਦੀਆਂ ਦਾ, ਉਹਦੇ ਵਿੱਚ ਤਕਰੀਬਨ 2 ਵਾਰੀ ਪਹਿਲਾਂ ਕਹਿ ਚੁੱਕਿਆ ਸੀਗਾ
ਉਸ ਤੋਂ ਬਾਅਦ ਲੇਟੈਸਟ ਹੁਣ ਮੈਂ ਥੋੜ੍ਹਾ ਜਿਹਾ ਸਖਤੀ ਨਾਲ ਕਿਹਾ ਕਿ ਤੁਸੀਂ ਕਹੀ ਤਾਂ ਜਾਂਦੇ ਹੋ ਲੱਖਾਂ ਰੁਪਈਆ ਉਹ ਯਾਰ ਮੇਰੇ ਕੋਲ ਤੁਸੀਂ ਹਿਸਾਬ ਲੈ ਕੇ ਤੁਸੀਂ ਆਪ ਜਨਤਕ ਕਰ ਦਿਓ ਜੀ। ਤੁਸੀਂ ਕਲੈਰਿਟੀ ਤਾਂ ਦਵੋ ਵੀ ਇੱਕ ਕਹਿ ਦੇਣਾ ਕਿ ਆ ਇੰਨੇ ਪੈਸੇ ਲੱਗ ਗਏ ਤੇ ਦੂਜੇ ਬੰਨੇ ਮੇਰਾ ਵਰਜਨ ਕੋ ਹੋਰ ਹੈ ਵੀ ਤੁਸੀਂ ਆ ਲੈ ਕੇ ਤੁਸੀਂ ਆਪ ਜਨਤਕ ਕਰ ਦਿਓ ਜੇ ਕਰਨਾ ਤੇ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲੀਆਂ ਬਟ ਮੈਨੂੰ ਇਹਦੇ ਉੱਪਰ ਕੋਈ ਕੰਟਰੋਵਰਸੀ ਨਹੀਂ ਸੀ ਚਾਹੁੰਦਾ। ਸੈਕੰਡਲੀ ਨਾ ਮੈਂ ਇਹ ਵੀ ਨਹੀਂ ਸੀ ਚਾਹੁੰਦਾ ਕਿ ਇੱਕ ਲੋੜ ਜਿਹੜੀ ਇੱਕ ਹਾਈਪ ਜੀ ਕ੍ਰੀਏਟ ਕਰ ਦਿੱਤੀ ਗਈ ਕਿ ਐਦਾਂ ਹੋ ਗਿਆ, ਕਰੋੜਾਂ ਰੁਪਈਆ ਆ ਗਿਆ, ਬਲਜੀਤ ਕਰੋੜਾਂ ਰੁਪਈਆ ਖਾ ਗਿਆ। ਬਟ ਮੈਨੂੰ ਇਹ ਹੈ ਕਿ ਪੈਸੇ ਖਾਣ ਲਈ ਪਹਿਲਾਂ ਪੈਸੇ ਆਉਣੇ ਚਾਹੀਦੇ ਆ। ਬਲਜੀਤ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਸ ਵਿਵਾਦ ਦਾ ਕਾਰਨ ਕੀ ਹੈ? ਤੁਸੀਂ ਜਦੋਂ ਲਾਈਵ ਕਰਦੇ ਹੋ, ਸੰਯੁਕਤ ਸਮਾਜ ਮੋਰਚੇ ਦਾ ਇੱਥੇ ਐਲਾਨ ਹੁੰਦਾ ਤਾਂ ਉਦੋਂ ਤੁਸੀਂ ਲਾਈਵ ਕਰਦੇ ਹੋ। ਪਹਿਲਾਂ ਤਾਂ ਇਹ ਦੱਸੋ ਕਿ ਕੀ ਦਿੱਲੀ ਦੇ ਬਾਰਡਰ ਦੇ ਲਈ ਬਣਾਇਆ ਗਿਆ ਸੀਗਾ ਜਾਂ ਜਿਹੜੀਆਂ ਕਿਸਾਨਾਂ ਦੀਆਂ ਗੱਲਾਂ ਨੂੰ ਅੱਗੇ ਲਿਜਾਣ ਦੇ ਲਈ ਬਣਾਇਆ ਗਿਆ ਸੀਗਾ ਇਹ ਆਈਟੀ ਸੈੱਲ, ਜਾਂ ਫਿਰ ਤੁਸੀਂ ਜਿਸ ਤਰ੍ਹਾਂ ਵਿਵਾਦ ਬਣਿਆ ਹੁਣ ਕਿ ਨਿੱਜੀ ਵਰਤੋਂ ਕਰ ਰਹੇ ਹੋ? ਦੇਖੋ, ਮੈਂ ਨਿੱਜੀ ਵਰਤੋਂ ਬਿਲਕੁਲ ਨਹੀਂ ਕੀਤੀ। ਕਿਸਾਨ ਏਕਤਾ ਮੋਰਚਾ ਕਿਸਾਨਾਂ ਲਈ ਬਣਿਆ, ਕਿਸਾਨਾਂ ਲਈ ਹੀ ਚੱਲੇਗਾ। ਇਸ ਤੋਂ ਇਲਾਵਾ ਇਹਦਾ ਕਿਤੇ ਵੀ ਯੂਜ਼ ਨਹੀਂ ਹੋਊਗਾ ਜੀ। ਜਿਹੜੀ ਗੱਲ ਆਈ ਕਿ ਸੰਯੁਕਤ ਸਮਾਜ ਮੋਰਚੇ ਦੀ ਪ੍ਰੈਸ ਕਾਨਫਰੰਸ ਲਾਈਵ ਕੀਤੀ, ਜਦੋਂ ਵੀ ਕਿਸਾਨ ਜਥੇਬੰਦੀਆਂ ਕੋਈ ਪ੍ਰੈਸ ਕਾਨਫਰੰਸ ਕਰਦੀਆਂ ਸੀ ਸਾਨੂੰ ਮੈਸੇਜ ਲੱਗਦਾ ਸੀ, ਅਸੀਂ ਉਹ ਪ੍ਰੈਸ ਕਾਨਫਰੰਸ ਲਾਈਵ ਕਰਦੇ ਸੀ। ਜਦੋਂ ਉਹ ਪ੍ਰੈਸ ਕਾਨਫਰੰਸ ਲਾਈਵ ਹੋਈ, ਅਸੀਂ ਆਪਣੀ ਟੀਮ ਜਿਹੜੀ ਮੇਰੀ ਹੈ, ਅਸੀਂ ਬਹਿ ਕੇ ਉਹਨੂੰ ਸਾਰਾ ਮੋਨੀਟਰ ਕੀਤਾ, ਲੋਕਾਂ ਦੀਆਂ ਗੱਲਾਂ ਸੁਣੀਆਂ, ਪਬਲਿਕ ਦਾ ਵਿਊ ਲਿਆ ਕਿ ਉਹ ਸਾਡੇ ਕੋਲ ਗਲਤੀ ਹੋਈ, ਕਿ ਉਹ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਪੀਸੀ ਦੀ ਬਜਾਏ ਇੱਕ ਪੋਲੀਟੀਕਲ ਫਰੰਟ ਵੱਲੋਂ ਪੀਸੀ ਉਸ ਟਾਈਮ ਤੇ ਕੀਤੀ ਗਈ। ਬਿਲਕੁਲ। ਸੋ ਅਸੀਂ ਇਹ ਚੀਜ਼ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਤੋਂ, ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਿਹੜੀ ਕੰਪੇਨ ਹੈ ਜਾਂ ਉਹਨੂੰ ਡਾਇਰੈਕਟ ਸਪੋਰਟ ਹੈ, ਇਸ ਦਾ ਮਤਲਬ ਕੋਈ ਵੀ ਹੈ, ਚਾਹੇ ਐਸਐਸਐਮ ਵੀ ਹੈ, ਬਿਲਕੁਲ ਨਹੀਂ ਕਰਾਂਗੇ। ਕਿਸਾਨ ਏਕਤਾ ਮੋਰਚਾ ਕਿਸਾਨਾਂ ਲਈ ਵਰਤਿਆ ਜਾਊਗਾ ਤੇ ਕਿਸਾਨਾਂ ਲਈ ਹੀ ਚੱਲੂਗਾ ਤੇ ਕਿਸਾਨੀ ਦੀ ਗੱਲ ਹੀ ਕਰੂਗਾ। ਇਹ ਅਸੀਂ ਹਟਾ ਵੀ ਦਿੱਤੀ ਹੈ, ਜਿਹੜੀ ਪੀਸੀ ਆਪਾਂ ਹਟਾ ਵੀ ਦਿੱਤੀ ਉਸ ਤੋਂ। ਤੇ ਪਰ ਫਿਰ ਇਹ ਜਿਹੜੇ ਵਿਵਾਦ ਲਗਾਤਾਰ ਚੱਲੇ, ਉਸ ਤੋਂ ਬਾਅਦ ਇਹ ਹੋਇਆ ਜਦੋਂ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਕੁਛ ਆਗੂਆਂ ਨੇ ਕਿਹਾ ਕਿ ਇਦਾਂ ਨਹੀਂ ਹੋਣਾ ਚਾਹੀਦਾ। ਕੀ ਤੁਹਾਡੀ ਮਨਸ਼ਾ ਸੀਗੀ ਵੀ ਜਿਹੜਾ ਪੰਜਾਬ ਦੀਆਂ ਜਿਹੜੀਆਂ 22 ਜਥੇਬੰਦੀਆਂ ਪੋਲੀਟੀਕਲ ਫਰੰਟ ਬਣਾ ਰਹੀਆਂ ਨੇ, ਔਰ ਹੈ ਤਾਂ ਉਹ ਜਥੇਬੰਦੀਆਂ ਸੰਘਰਸ਼ 'ਚੋਂ ਹੀ ਆਈਆਂ, ਉਹਨਾਂ ਲਈ ਕੰਮ ਕਰਨਾ? ਜੀ ਨਹੀਂ, ਵੇਖੋ, ਸੰਘਰਸ਼ ਦੇ ਵਿੱਚੋਂ ਆਈਆਂ ਜਥੇਬੰਦੀਆਂ, ਬਟ ਦੂਜੇ ਬੰਨੇ ਉਹ ਵੀ ਜਥੇਬੰਦੀਆਂ ਹੈਗੀਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਵਾਲੇ ਪਾਸੇ ਨਹੀਂ ਜਾਣਾ। ਬਿਲਕੁਲ। ਤੇ ਮੈਂ ਇੱਕ ਉਹਦੇ ਵਿੱਚ ਇੱਕ ਕੰਟਰੋਵਰਸੀ ਦਾ ਇੱਕ ਮੋਹਰਾ ਬਣਾ, ਜਾਂ ਮੈਂ ਉਹਦੇ ਵਿੱਚ ਜਿੱਦਾਂ ਚੱਕੀ ਦੇ ਵਿੱਚ ਬੰਦਾ ਪਿਸਦਾ ਆ, ਉਹਦੇ ਨਾਲੋਂ ਬੈਟਰ ਇਹ ਆ ਕਿ ਆਪਾਂ ਨੂੰ ਉਹ ਚੀਜ਼ ਕਰਨ ਦੀ ਲੋੜ ਕੀ ਹੈ। ਕੋਈ ਵੀ ਪੋਲੀਟੀਕਲ ਪਾਰਟੀ ਹੈ, ਉਹਨੂੰ ਸਾਰੇ ਚੈਨਲਸ ਕਵਰ ਕਰਦੇ ਆ, ਸਾਰੇ ਚੈਨਲ ਉਹਨਾਂ ਦੀ ਮੂਵਮੈਂਟ ਨੂੰ ਦਿਖਾਉਂਦੇ ਆ। ਇਸ ਦਾ ਮਤਲਬ ਵੱਖ ਹੋ ਗਏ ਤੁਸੀਂ। ਜਿਹੜੀਆਂ ਪੰਜਾਬ ਦੀਆਂ 22 ਜਥੇਬੰਦੀਆਂ ਨੇ, ਜਿਹੜੀਆਂ ਪੋਲੀਟੀਕਲ ਫਰੰਟ ਬਣਾ ਕੇ ਜਿਹੜੀਆਂ ਚੋਣਾਂ ਲੜਨ ਦਾ ਐਲਾਨ ਕੀਤਾ, ਇਹਦਾ ਮਤਲਬ ਕਿਸਾਨ ਆਈਟੀ ਸੈੱਲ ਹੁਣ ਉਹਨਾਂ ਲਈ ਕੰਮ ਨਹੀਂ ਕਰੇਗਾ? ਕਿਸਾਨ ਆਈਟੀ ਸੈੱਲ ਬਿਲਕੁਲ ਉਹਨਾਂ ਲਈ ਕੰਮ ਨਹੀਂ ਕਰੂਗਾ। ਕਿਸਾਨ ਆਈਟੀ ਸੈੱਲ ਸੰਯੁਕਤ ਕਿਸਾਨ ਮੋਰਚੇ ਲਈ, ਪੰਜਾਬ ਦੀਆਂ ਜਥੇਬੰਦੀਆਂ ਲਈ ਤੇ ਕਿਸਾਨੀ ਲਈ ਕੰਮ ਕਰੂਗਾ। ਔਰ ਬਲਜੀਤ, ਇੱਕ ਹੋਰ ਗੱਲ ਹੈ ਕਿ ਇੱਕ ਜਿਹੜਾ ਕਿਸਾਨ ਏਕਤਾ ਮੋਰਚਾ ਦਾ ਇੱਕ ਲੋਗੋ ਹੈ, ਉਹ ਵੀ ਕਿਸੇ ਹੋਰ ਕੰਪਨੀ ਦੇ ਅਧਿਕਾਰੀ ਕੋਲੇ ਦਿਖ ਰਿਹਾ, ਹੋਰ ਕੰਪਨੀ ਦੇ ਜਿਹੜੇ ਨਾਲ ਸੰਬੰਧਿਤ ਕੋਈ ਆਦਮੀ ਹੈ, ਵਿਅਕਤੀ ਹੈ, ਉਹਦੇ ਕੋਲੇ ਦਿਖ ਰਿਹਾ, ਔਰ ਇਹਦੇ ਨਾਲ ਹੀ ਪੈਸਿਆਂ ਦੀ ਬੜੀ ਗੱਲਬਾਤ ਚੱਲ ਰਹੀ ਹੈ। ਤੁਸੀਂ ਕਹਿੰਦੇ ਹੋ ਸਾਨੂੰ ਕੁਛ ਨਹੀਂ ਮਿਲਿਆ, ਸੰਯੁਕਤ ਕਿਸਾਨ ਮੋਰਚੇ ਨੇ ਕੁਛ ਨਹੀਂ ਦਿੱਤਾ, ਔਰ ਉਹ ਕਹਿੰਦੇ ਨੇ ਅਸੀਂ ਔਨ ਰਿਕਾਰਡ ਜਿਹੜਾ 36 ਲੱਖ ਰੁਪਇਆ ਦਿੱਤਾ ਹੈ, ਤੇ ਤੁਸੀਂ ਕਹਿੰਦੇ ਹੋ ਸਾਡੀਆਂ ਜੇਬਾਂ 'ਚੋਂ ਬਹੁਤ ਪੈਸਾ ਲੱਗ ਗਿਆ, ਤੁਹਾਡੇ ਦੋਸਤਾਂ ਮਿੱਤਰਾਂ ਨੇ ਲਾਏ, ਔਰ ਇਹ ਤੁਸੀਂ ਨਿੱਜੀ ਤੌਰ 'ਤੇ ਖੜਾ ਕੀਤਾ ਸੀਗਾ। ਦੇਖੋ ਮਨਪ੍ਰੀਤ ਜੀ, ਗੱਲ ਇਹ ਹੈ ਕਿ ਇੱਕ ਗੱਲ ਦੱਸਣ ਦੇ ਵਿੱਚ ਤੇ ਇੱਕ ਸਮਝਾਉਣ ਦੇ ਵਿੱਚ ਬੜਾ ਫਰਕ ਹੁੰਦਾ। ਰਮਿੰਦਰ ਪਟਿਆਲਾ ਜੀ ਨੇ ਸਟੇਜ ਤੋਂ ਇਹ ਗੱਲ ਕਹਿਤੀ ਕਿ 36 ਲੱਖ ਰੁਪਈਆ ਜਾਂ 35-36 ਲੱਖ ਰੁਪਈਆ, ਜਿੰਨਾ ਵੀ ਕਿਹਾ ਉਹਨਾਂ ਨੇ, ਇੰਨਾ ਕੁ ਅਮਾਊਂਟ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਉੱਪਰ ਲੱਗ ਗਿਆ ਜੀ। ਬਟ ਉਹਨਾਂ ਨੂੰ ਚਾਹੀਦਾ ਸੀ ਉਹਨੂੰ ਥੋੜ੍ਹਾ ਜਿਹਾ ਬਰੀਫਲੀ ਐਕਸਪਲੇਨ ਕਰ ਦਿੰਦੇ। ਉਹ ਸਾਰਾ ਜੁੜ ਗਿਆ ਮੇਰੇ ਨਾਲ ਜੀ, ਵੀ ਬਲਜੀਤ ਨੂੰ ਦਿੱਤਾ। ਆਈਟੀ ਸੈੱਲ ਉਹਨਾਂ ਨੇ ਬਕਾਇਦਾ ਲਿਖਿਆ, ਆਈਟੀ ਸੈੱਲ ਦਾ। ਸਾਰਿਆਂ ਦੀ ਪਰਸੈਪਸ਼ਨ ਇਹ ਬਣ ਗਈ ਕਿ ਇਹ ਬਲਜੀਤ ਨੂੰ ਪੈਸੇ ਦਿੱਤੇ। ਫਿਰ ਦਿੱਤੇ ਤੇ ਦਿੱਤੇ ਕਾਹਦੇ ਲਈ? ਉਹਦੇ ਵਿੱਚ ਫਰਕ ਕੀ ਹੈ? ਜਿਵੇਂ ਤੁਸੀਂ 35-36 ਲੱਖ ਰੁਪਏ ਦੀ ਗੱਲ ਕਰਦੇ ਹੋ,
ਤੁਹਾਨੂੰ ਯਾਦ ਹੋਊਗਾ ਜਦੋਂ ਸਰਕਾਰ ਨੇ ਉੱਥੇ ਇੰਟਰਨੈਟ ਬਿਲਕੁਲ ਬੰਦ ਕਰਤਾ ਸੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ। ਬਿਲਕੁਲ। ਉਸ ਟਾਈਮ ਤੇ ਮੈਂ ਕਿਸਾਨ ਆਗੂਆਂ ਦੇ ਨਾਲ ਜਦੋਂ ਗੱਲਬਾਤ ਹੋਈ ਕਿ ਪਬਲਿਕ ਨੂੰ ਸੁਨੇਹਾ ਪਹੁੰਚਾਉਣ ਲਈ, ਪਬਲਿਕ ਦੇ ਨਾਲ ਗੱਲ ਕਰਨ ਲਈ ਸੰਗਤ ਦਾ ਪੈਸਾ, ਸੰਗਤ ਨੇ ਪੈਸਾ ਇਸ ਕਰਕੇ ਭੇਜਿਆ ਕਿ ਤੁਸੀਂ ਕਿਸਾਨ ਅੰਦੋਲਨ ਜਿੱਤੋ। ਬਿਲਕੁਲ। ਤੇ ਜਿੱਥੇ ਸਹੀ ਲੱਗਣਾ ਚਾਹੀਦਾ ਉੱਥੇ ਲਾਓ। ਤੁਹਾਨੂੰ ਦੇਖਿਆ ਹੋਊਗਾ ਕਈ ਵਾਰੀ ਕੰਪਨੀਆਂ ਦੇ ਮੈਸੇਜ ਆਉਂਦੇ ਆ ਤੁਹਾਡੇ ਟੈਕਸਟ ਮੈਸੇਜ ਦੇ ਵਿੱਚ ਟੈਕਸਟ ਮੈਸੇਜ ਆਉਂਦੇ ਆ, ਤੇ ਉਹ ਜਿਹੜੇ ਹੁੰਦੇ ਆ ਉਹ ਕਿਸੇ ਨੂੰ 14 ਪੈਸੇ ਦਾ ਇੱਕ ਮੈਸੇਜ ਪੈਂਦਾ, ਕਿਸੇ ਨੂੰ 12 ਪੈਸੇ ਦਾ, ਨੈਗੋਸ਼ੀਏਸ਼ਨ ਕਰਕੇ ਕਿੱਦਾਂ ਵੀ। ਉਸ ਸਮੇਂ ਦੌਰਾਨ 1 ਕਰੋੜ ਟੈਕਸਟ ਮੈਸੇਜ ਦਾ ਇੱਕ ਪੈਕੇਜ ਲਿਆ ਗਿਆ। 1 ਕਰੋੜ ਟੈਕਸਟ ਮੈਸੇਜ ਦਾ। ਓਕੇ। ਉਹ ਇੱਕ ਮੈਸੇਜ ਪਿਆ 9.44 9 ਪੈਸੇ 9.44, ਠੀਕ ਹੈ, ਮਤਲਬ 9.5 ਪੈਸੇ ਦਾ ਉਹ ਜਿਹੜਾ ਇੱਕ ਮੈਸੇਜ ਪਿਆ। 1 ਕਰੋੜ ਮੈਸੇਜ ਦਾ ਉਹ ਲਿਆ ਗਿਆ, ਉਹ ਮਿਲਿਆ 9,44,000 ਦਾ, ਠੀਕ ਹੈ। ਇੱਕ ਤੁਸੀਂ ਹੁਣ ਦੇਖਿਆ ਹੋਣਾ, ਤੁਸੀਂ ਫੋਨ ਚੱਕਦੇ ਹੋ, ਅੱਗੋਂ ਕੋਈ ਬੋਲ ਰਿਹਾ ਕਿ ਤੁਸੀਂ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰੋ, ਬਿਲਕੁਲ, ਵੋਟ ਪਾਓ, ਐਂ ਕਰੋ। ਉਹ ਹੁੰਦੀ ਆਟੋਮੇਟਡ ਵੌਇਸ ਕਾਲ, IVR। ਬਿਲਕੁਲ। ਹਾਂ। ਇੱਕ ਉਹ ਪੋਰਟ ਲਿਆ IVR ਦਾ ਕਿਸਾਨਾਂ ਦੇ ਲਈ, ਕਿਸਾਨੀ ਪ੍ਰਚਾਰ ਦੇ ਲਈ। ਹਾਂਜੀ, ਉਹਨਾਂ ਨੇ ਜਿਹੜਾ ਹੈਗਾ ਕਿਸਾਨੀ ਵਾਸਤੇ ਸਾਰੀ IVR ਦੀ ਉਹ ਆਇਆ ਜੀ 12.5 ਲੱਖ ਰੁਪਏ ਦਾ ਜੀ, ਠੀਕ ਹੈ। ਤਕਰੀਬਨ ਇਹ ਬਣ ਜਾਂਦਾ ਤੁਹਾਡਾ 22-23 ਲੱਖ ਰੁਪਇਆ ਬਣ ਜਾਂਦਾ, ਠੀਕ ਹੈ। ਫਿਰ ਉਦੋਂ ਇੱਕ ਇਹ ਵੀ ਗੱਲ ਉੱਠਦੀ ਸੀ ਕਿ ਦੁਨੀਆ ਭਰ ਦੇ ਵਿੱਚੋਂ ਲੋਕ ਸਪੋਰਟ ਕਰ ਰਹੇ ਆ, NRIs ਇੰਨੀ ਸਪੋਰਟ ਕਰ ਰਹੇ ਆ, ਤੇ ਜੇ ਕਿਸਾਨ ਆਗੂਆਂ ਨੂੰ ਫੋਨ ਕਰਦੇ, ਕਿਸਾਨ ਆਗੂ ਫੋਨ ਹੀ ਨਹੀਂ ਚੱਕਦੇ। ਕਿਸਾਨ ਆਗੂਆਂ ਦੇ ਨਾਲ ਗੱਲ ਨਹੀਂ ਹੋ ਪਾਉਂਦੀ। ਅਸੀਂ ਆਪਣੇ ਸੁਜੈਸ਼ਨ ਦੇਣੇ ਚਾਹੁੰਦੇ ਹਾਂ, ਅਸੀਂ ਵੀ ਆਪਣਾ ਯੋਗਦਾਨ ਤੁਹਾਡੇ ਨਾਲ ਗੱਲ ਕਰਕੇ ਪਾਉਣਾ ਚਾਹੁੰਦੇ ਹਾਂ। ਉਸ ਸਮੇਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ, ਲੋਕਾਂ ਦੀ ਜਿਹੜੀ ਆਵਾਜ਼ ਸੀ, ਅਸੀਂ ਕਿਸਾਨ ਆਗੂਆਂ ਦੇ ਨਾਲ ਕਨੈਕਟੀਵਿਟੀ ਕਰਾਉਣ ਵਾਸਤੇ ਇੱਕ ਵੈਬੀਨਾਰ ਕਰਵਾਇਆ ਸੀ ਜੀ। ਜ਼ੂਮ ਦੇ ਉੱਪਰ ਵੈਬੀਨਾਰ ਹੋਇਆ ਸੀਗਾ, ਤੇ ਬਾਕੀ ਜਿਹੜੇ ਜਿੱਦਾਂ ਹੈਂਡਲਸ ਨੇ, ਫੇਸਬੁੱਕ ਹੋ ਗਿਆ, ਆਪਣੇ YouTube ਹੋ ਗਿਆ, ਕਿਸਾਨ ਏਕਤਾ ਮੋਰਚਾ ਦੇ, ਉਹਦੇ ਉੱਪਰ ਲਾਈਵ ਚੱਲਿਆ ਸੀ, ਨਾਲ ਲਾਈਵ ਸਟ੍ਰੀਮਿੰਗ ਹੋਈ ਸੀ। ਅੱਜ ਵੀ ਤੁਸੀਂ ਗੂਗਲ ਦੇ ਉੱਪਰ ਜਾ ਕੇ ਚੈੱਕ ਕਰੋਗੇ ਤੇ ਜਿਹੜਾ ਜ਼ੂਮ ਦਾ ਲਾਇਸੈਂਸ ਆ ਜਿਹੜਾ ਲੈਣਾ ਪੈਂਦਾ ਆ ਉਹਨਾਂ ਦੇ ਕੋਲੋਂ, 100 ਕੇ ਬੰਦੇ ਤੱਕ ਤੇ ਮੇਰੇ ਖਿਆਲ ਫ੍ਰੀ ਆ ਉਹ ਇੱਕ ਦੂਜੇ ਨਾਲ ਗੱਲ ਕਰਨ ਵਾਸਤੇ। ਟਾਈਮ ਲਿਮਿਟ ਹੁੰਦੀ ਵੀ ਇੰਨੇ ਟਾਈਮ ਤੁਸੀਂ ਕਰ ਸਕਦੇ ਹੋ, ਫ੍ਰੀ ਕਾਲ ਕਰ ਸਕਦੇ ਹੋ। ਉਸ ਟਾਈਮ ਤੇ 10,000 ਬੰਦਾ, 10,000 ਅਟੈਂਡੀ ਇੱਕ ਸਮੇਂ ਦੇ ਵਿੱਚ ਨਾਲ ਜੋੜਨ ਵਾਸਤੇ, 1 ਮਹੀਨੇ ਦਾ ਲਾਇਸੈਂਸ ਜਿਹੜਾ ਸੀ 5,73,75,000 ਰੁਪਏ ਦਾ। ਇੱਕ ਮਹੀਨੇ ਦਾ ਕਿ 1 ਮਹੀਨੇ ਦੇ ਵਿੱਚ ਤੁਸੀਂ ਵੈਬੀਨਾਰ ਜਿੰਨੇ ਮਰਜ਼ੀ ਕਰ ਸਕਦੇ ਹੋ, ਭਾਵੇਂ ਤੁਸੀਂ ਹਫ਼ਤੇ ਬਾਅਦ ਕਰੋ, ਭਾਵੇਂ ਤੁਸੀਂ ਰੋਜ਼ ਕਰੋ, ਤੇ ਤੁਸੀਂ ਐਟ ਏ ਟਾਈਮ 10,000 ਬੰਦਾ ਨਾਲ ਜੋੜ ਸਕਦੇ ਹੋ। ਉਸ ਵੈਬੀਨਾਰ ਦੇ ਵਿੱਚ ਤਕਰੀਬਨ 36-37 ਕੰਟਰੀਆਂ ਤੋਂ ਲੋਕ ਨਾਲ ਜੁੜੇ। 1600 ਦੇ ਆਸ-ਪਾਸ ਸਵਾਲ ਜਵਾਬ ਹੋਏ, ਲਾਈਵ ਵੀਡੀਓ ਤੇ ਆਡੀਓ ਕਾਲ ਦੇ ਜ਼ਰੀਏ, ਤੇ ਕਨੈਕਟੀਵਿਟੀ ਬਣੀ। ਦੁਨੀਆ ਭਰ ਦੇ ਵਿੱਚ ਗੱਲ ਗਈ। ਉਹਦੇ ਵਿੱਚ ਰਾਜਲ ਸਾਹਿਬ ਬੈਠੇ, ਡੱਲੇਵਾਲ ਸਾਹਿਬ ਬੈਠੇ, ਉਹਦੇ ਵਿੱਚ ਡਾਕਟਰ ਦਰਸ਼ਨਪਾਲ ਜੀ ਬੈਠੇ, ਅਭਿਮਨਿਊ ਕਹਾੜ ਬੈਠਾ, ਮੇਰੇ ਖਿਆਲ ਕਵਿਤਾ ਜੀ ਵੀ ਬੈਠੇ, ਮਤਲਬ ਵੱਡੇ ਚਿਹਰੇ ਬੈਠੇ। ਇਹ ਤੁਹਾਡਾ ਬਣ ਜਾਂਦਾ ਕੋਈ 27-28 ਲੱਖ ਰੁਪਇਆ। ਇਹਦਾ ਮਤਲਬ ਹੈ ਜਿਹੜਾ IT ਸੈੱਲ ਦਾ ਜਾਂ ਉਹ ਕਹਿੰਦੇ ਨੇ ਉਹ 25 ਲੱਖ ਇਹਦੇ ਵਿੱਚੋਂ ਕਹਿ ਰਹੇ ਨੇ। ਹਾਂ, ਮੈਂ ਦੱਸਣ ਲੱਗਾ ਨਾ। ਹੁਣ ਇਹ ਪੈਸੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਬਲਜੀਤ ਨੇ ਪੈਸੇ ਲਏ? ਇਹ ਤਾਂ ਉਹਨਾਂ ਕੰਪਨੀਆਂ ਨੇ ਪੈਸੇ ਲਏ, ਕਿਉਂਕਿ ਸੋਸ਼ਲ ਮੀਡੀਆ ਜਿਹੜਾ ਇਸ਼ਾਰਾ ਤੁਹਾਡੇ ਵੱਲ ਤਾਂ ਆਉਂਦਾ ਕਿ ਸੋਸ਼ਲ ਮੀਡੀਆ IT ਸੈੱਲ ਤੁਸੀਂ ਚਲਾ ਰਹੇ ਸੀਗੇ। ਬਿਲਕੁਲ IT ਸੈੱਲ ਮੈਂ ਆਈਡੀਆ ਸੀ ਮੇਰਾ। ਆਈਡੀਆ ਤੋਂ ਬਾਅਦ ਮੈਂ ਮੀਟਿੰਗ ਦੇ ਵਿੱਚ ਰੱਖਿਆ 32 ਜਥੇਬੰਦੀਆਂ ਦੇ ਵਿੱਚ, ਉਹਨਾਂ ਨੇ ਅਪਰੂਵ ਕੀਤਾ। ਫਿਰ ਅਸੀਂ ਇਹਨੂੰ ਸਾਰੇ ਨੂੰ ਡਿਵੈਲਪ ਕੀਤਾ ਆਪਣੀ ਪੂਰੀ ਟੀਮ ਦੇ ਨਾਲ। ਇਹਨੂੰ ਡਟ ਕੇ 1 ਸਾਲ ਲੱਗੇ ਰਹੇ। ਬਟ ਉਹ ਜਿਹੜੀ ਗੱਲ ਆ ਜਾਂਦੀ ਕਿ ਇਹ ਪੈਸੇ ਬਲਜੀਤ ਲੈ ਗਿਆ। ਹੁਣ 27-28 ਲੱਖ ਰੁਪਈਆ ਤਾਂ ਇਹੀ ਬਣ ਗਿਆ ਮਨਪ੍ਰੀਤ ਜੀ। ਇਸ ਤੋਂ ਬਾਅਦ ਪਿੱਛੇ ਵਾਲੇ ਪੈਸੇ ਦੀ ਗੱਲ ਆ ਜਾਂਦੀ ਹੈ। ਉਸ ਸਮੇਂ ਦੌਰਾਨ ਸਟੇਜ ਦੇ ਉੱਪਰ ਤੁਸੀਂ ਦੇਖਿਆ ਹੋਣਾ ਕਿ ਜਿੱਦਾਂ ਅਸੀਂ ਬੋਲ ਰਹੇ ਹਾਂ ਤੇ ਪਿੱਛੇ ਵੱਡੀ ਸਕਰੀਨ ਲਾਈਵ ਚੱਲਦੀ ਸੀ। ਬਿਲਕੁਲ। ਇੱਕ ਸਟੇਜ ਤੋਂ ਮੂਹਰੇ ਇੱਕ ਸਾਈਡ ਤੇ ਵੱਡੀ ਸਕਰੀਨ ਲਾਈਵ ਚੱਲਦੀ ਸੀ। ਕੁਝ ਕੁ ਦਿਨ ਉਹ ਚੱਲਿਆ, ਜਿਹੜਾ ਦੱਸਣ ਲੱਗਾ ਕਿੰਨਾ ਚਿਰ ਚੱਲੀ, ਮੇਰੇ ਕੋਲ ਡੇਟਸ ਵੀ ਹੈਗੀਆਂ ਕਿੰਨੇ ਤੋਂ ਕਿੰਨੀ ਤਰੀਕ ਤੱਕ ਚੱਲੀਆਂ। ਉਹ ਡਿਮਾਂਡ ਕੀ ਸੀ ਕਿ ਜਦੋਂ ਕੋਈ ਸਟੇਜ ਤੇ ਬੋਲ ਰਿਹਾ ਨਾ ਤੇ ਪਿੱਛੇ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੌਣ ਬੋਲ ਰਿਹਾ, ਜਾਂ ਸਟੇਜ ਦੇ ਉੱਪਰ ਇੰਨੀ ਕਿ ਸੰਖਿਆ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਸੀਗੇ ਕਿ ਉੱਥੇ ਭੁੰਜੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਹੁੰਦੀ, ਤੇ ਪਿੱਛੇ ਤੱਕ ਵੀ ਦਿਖਾਉਣ ਵਾਸਤੇ ਉਹ 2 ਸਕਰੀਨਾਂ ਲੱਗ ਗਈਆਂ।
ਇੱਕ ਉਹਦੀ ਜਿਹੜੀ ਲਾਈਵ ਸਟ੍ਰੀਮਿੰਗ ਹੁੰਦੀ ਸੀ, ਵਿਊ ਵਧੀਆ ਜਾਂਦਾ ਸੀਗਾ ਦੁਨੀਆ ਦੇ ਵਿੱਚ, ਸਾਰੇ ਜਿਹੜੇ ਦੇਖਦੇ ਸੀਗੇ। ਬਿਲਕੁਲ। ਉਹ ਜਿਹੜਾ ਚੱਲਿਆ, ਜਿੱਦਾਂ LED ਸਕਰੀਨਸ ਦੀ ਗੱਲ ਕਰੀਏ, LED ਸਕਰੀਨ ਚੱਲੀਆਂ ਭਾਜੀ 20 ਦਸੰਬਰ ਤੋਂ ਲੈ ਕੇ 18 ਜਨਵਰੀ ਤੱਕ। ਠੀਕ ਹੈ, 20 ਤੋਂ 18 ਜਨਵਰੀ ਤੱਕ ਚੱਲੀਆਂ। 15,000 ਰੁਪਇਆ ਇੱਕ ਦਿਨ ਦਾ ਕਿਰਾਇਆ ਸੀ ਉਹਦਾ, ਰੈਂਟ ਤੇ ਸੀ। ਰੈਂਟ ਤੇ, ਹਾਂਜੀ। 20x10 ਦੀਆਂ 2 ਸਕਰੀਨਾਂ ਸੀਗੀਆਂ, ਇੱਕ ਅੱਗੇ ਇੱਕ ਪਿੱਛੇ। ਔਰ ਉਸਦਾ ਰੈਂਟ ਤੁਹਾਡੇ ਜਿਹੜਾ IT ਸੈੱਲ ਦੇ ਵਿੱਚ ਜਿਹੜੇ ਤੁਸੀਂ ਪੈਸਿਆਂ ਦੀ ਗੱਲ ਕਰ ਰਹੇ ਹੋ, ਇਸੇ 36 ਲੱਖ ਦੇ ਵਿੱਚ ਹੋ ਉਹਦੇ ਵਿੱਚੋਂ ਤਕਰੀਬਨ 4,20,000 ਜਾਂ 4.25 ਲੱਖ ਰੁਪਇਆ LED ਵਾਲਿਆਂ ਦਾ ਉਹ ਬਣਿਆ। ਠੀਕ ਹੈ ਜੀ। ਅਗਲੀ ਗੱਲ ਆ ਗਈ, ਪਿੱਛੇ ਕਿੰਨੇ ਪੈਸੇ ਬਚਦੇ ਆ, ਤਕਰੀਬਨ ਜਿੰਨੇ ਵੀ ਬਚਦੇ, ਹੋਰ ਦੱਸ ਦਿਆਂ ਤੁਹਾਨੂੰ ਮੈਂ। 3 ਤੋਂ 4 ਲੱਖ ਰੁਪਏ ਪਿੱਛੇ ਬਚਦਾ। ਹਾਂਜੀ, ਅਗਲੀ ਗੱਲ ਦੱਸਦਾ। ਉਸ ਸਮੇਂ ਦੌਰਾਨ ਨਾ ਸਾਡੇ ਕੋਲ, ਜਿਵੇਂ ਤੁਸੀਂ ਕੈਮਰੇ ਤੇ ਰਿਕਾਰਡ ਕਰ ਰਹੇ ਹੋ, ਸਾਡੇ ਕੋਲ ਕੈਮਰੇ ਹੈ ਨਹੀਂ ਸੀ ਉਦੋਂ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਕਿੰਨਾ ਲੰਮਾ ਚੱਲਣਾ, ਕਿਸ ਤਰੀਕੇ ਨਾਲ ਚੱਲਣਾ, ਕਿਸੇ ਨੂੰ ਵੀ ਨਹੀਂ ਸੀ ਪਤਾ। ਬਿਲਕੁਲ। ਤੇ ਅਸੀਂ ਇੱਕ ਟੀਮ ਹਾਇਰ ਕੀਤੀ, ਜਿਹੜੇ ਆਪਣਾ ਕੈਮਰਾ, ਆਪਣਾ ਲੈਪਟਾਪ, ਉਹਨਾਂ ਨੂੰ ਅਸੀਂ ਲੀਜ਼ ਲਾਈਨ ਦਿੱਤੀ, ਵਾਈਫਾਈ ਵਗੈਰਾ ਦਿੱਤੇ। ਉਹ 2 ਕਿ 3 ਬੰਦੇ ਸੀ ਜਿਹੜੇ ਉੱਥੇ ਰਹਿੰਦੇ ਸੀਗੇ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਕੇ ਉਹਨਾਂ ਨੇ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਟੇਜ ਲਾਈਵ ਕਰਨੀ। 2500 ਰੁਪਇਆ ਇੱਕ ਦਿਨ ਦਾ ਲੈਂਦੇ ਰਹੇ ਉਹ। ਬਿਲਕੁਲ। ਹੁਣ ਤੁਸੀਂ ਇਸ ਲਾਈਨ ਦੇ ਵਿੱਚ ਤੁਸੀਂ ਸਮਝੋਗੇ ਵੀ ਪੈਸੇ 5-5 ਹਜ਼ਾਰ ਰੁਪਏ ਵੀ ਇੱਕ ਦਿਨ ਦਾ ਲੈ ਲੈਂਦੇ ਆ, 8-8 ਹਜ਼ਾਰ ਰੁਪਏ ਵੀ ਇੱਕ ਦਿਨ ਦਾ ਲੈ ਲੈਂਦੇ ਆ ਜਿਹੜੇ ਕੈਮਰਾਮੈਨ ਤੇ ਨਾਲ ਇਹ ਸਾਰਾ ਲਾਈਵ ਕਰਨ ਵਾਲੇ। ਅਸੀਂ ਰਿਕੁਐਸਟ ਕਰਕੇ ਉਹਨਾਂ ਦਾ 2500 ਰੁਪਏ ਇੱਕ ਦਿਨ ਦਾ ਕੀਤਾ। 18 ਦਸੰਬਰ ਤੋਂ ਲੈ ਕੇ 4 ਮਾਰਚ ਤੱਕ ਰਹੇ ਉੱਥੇ। 18 ਦਸੰਬਰ ਤੋਂ 4 ਮਾਰਚ ਤੱਕ ਤਕਰੀਬਨ ਉਹਦਾ ਖਰਚਾ ਆਇਆ 2,80,85,000 ਰੁਪਇਆ। ਠੀਕ ਹੈ ਜੀ। ਠੀਕ ਹੈ ਜੀ। ਮੇਰੇ ਖਿਆਲ ਤੁਹਾਡਾ 35-36 ਲੱਖ ਰੁਪਇਆ ਇਹ ਤਾਂ ਇੱਥੇ ਹੋ ਜਾਂਦਾ ਜੀ। ਤਾਂ ਪਰ ਮਸਲਾ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਦਿੱਤਾ, ਤੁਸੀਂ ਕਹਿੰਦੇ ਹੋ ਕਿ ਉਹਦੇ ਜਿਹੜੇ ਖਰਚੇ ਨੇ ਇਹ ਨੇ ਜਿਹੜੇ ਤੁਸੀਂ ਹੁਣ ਮੈਨੂੰ ਗਿਣਾਈ ਹੈ ਜਿਹੜੀ ਇੱਕ ਲਿਸਟ, ਪਰ ਫਿਰ ਖਰਚੇ ਤਾਂ ਆਏ ਨੇ ਤੁਹਾਡੀਆਂ ਉੱਥੇ ਜਿਹੜੀਆਂ ਪੇਡ ਤੁਸੀਂ ਟੀਮਾਂ ਰੱਖੀਆਂ ਸੀਗੀਆਂ, ਹੋਰ ਵੀ ਆਖਰ ਤੱਕ ਵੀ ਰਹੀਆਂ ਟੀਮਾਂ, ਤਾਂ ਉਹ ਇੱਕ ਜਗ੍ਹਾ ਇਹ ਵੀ ਗੱਲ ਚੱਲ ਰਹੀ ਹੈ ਕਿ ਤੁਸੀਂ ਕਿਹਾ ਕਿ ਤੁਹਾਡੀ ਜੇਬ 'ਚੋਂ 1 ਕਰੋੜ ਦੇ ਲਗਭਗ ਜਿਹੜੇ ਪੈਸੇ ਲੱਗੇ ਨੇ। ਵੇਖੋ, ਮੈਂ ਕਿਸੇ ਵੀ ਪਬਲਿਕ ਪਲੇਟਫਾਰਮ ਤੇ ਨਹੀਂ ਇਹ ਗੱਲ ਕਹੀ ਓਪਨਲੀ ਕਿ ਕਿੰਨੇ ਪੈਸੇ ਲੱਗੇ ਨੇ। ਕਿਤੋਂ ਗੱਲ ਨਿਕਲ ਕੇ ਆਈ ਹੈ ਕਿ ਇੰਨੇ ਪੈਸੇ ਲੱਗੇ ਨੇ। ਮੈਂ ਕਿਸੇ ਪ੍ਰਾਈਵੇਟ ਗਰੁੱਪ ਦੇ ਵਿੱਚ, ਜਿਨ੍ਹਾਂ ਦੇ ਨਾਲ ਮੇਰੀ ਲਗਾਤਾਰ 1 ਸਾਲ ਤੋਂ ਗੱਲ ਚੱਲਦੀ ਸੀ, ਕਿਸੇ ਨੇ ਸਕਰੀਨਸ਼ਾਟ ਉਹਦੇ ਵਿੱਚੋਂ ਲੈ ਕੇ ਕੋਈ ਵਾਇਰਲ ਕਰਤਾ। ਮੈਂ ਪਹਿਲਾਂ ਵੀ ਦੱਸਿਆ, ਅਸੀਂ ਕਦੀ ਵੀ ਨਹੀਂ ਸੀ ਚਾਹੁੰਦੇ ਕਿ ਸਾਨੂੰ ਵਾਹਵਾ ਮਿਲੇ, ਸਾਨੂੰ ਕੋਈ ਇਸ ਚੀਜ਼ ਦੀ ਭੁੱਖ ਨਹੀਂ। ਅਸੀਂ ਸਾਡੀ ਵਿਲ ਸੀ, ਸਾਡਾ ਆਪਣਾ ਮਨ ਸੀ, ਤੇ ਅਸੀਂ ਇਹ ਸਾਰੀਆਂ ਚੀਜ਼ਾਂ ਕੀਤੀਆਂ। ਹੁਣ ਟੀਮਸ ਦੀ ਗੱਲ ਕਰ ਲਈਏ, ਜੇ ਸਪੈਸੀਫਿਕਲੀ ਟੀਮ ਦੀ ਗੱਲ ਕਰਾਂ, 3-4 ਮੁੰਡੇ ਤਾਂ ਲਗਾਤਾਰ ਉੱਥੇ ਹੁੰਦੇ ਸੀ ਆਪਣੇ। ਇਹ ਸਾਰਾ ਕੋਈ ਵੀਡੀਓ ਰਿਕਾਰਡ ਕਰਨ ਵਾਸਤੇ, ਕੋਈ ਲਾਈਵ ਕਰਨ ਵਾਸਤੇ, ਕੋਈ ਸਿਸਟਮ ਤੇ ਕੰਮ ਕਰਨ ਵਾਸਤੇ। ਤੁਸੀਂ ਗੱਲ ਨਹੀਂ ਕਰੀ। 5 ਤੋਂ 6 ਬੰਦੇ ਹਰ ਸਮੇਂ ਜਿਹੜਾ ਵਾਰ ਰੂਮ ਸੈਟਅਪ ਕੀਤਾ ਸੀਗਾ, ਜਿੱਥੇ LED ਸਕਰੀਨਾਂ, ਜਿੱਥੇ ਸਿਸਟਮ ਸਾਰਾ ਲੱਗਾ ਪਿਆ ਸੀ ਮੋਨੀਟਰ ਕਰਨ ਵਾਸਤੇ ਸਾਰੀ, ਮਤਲਬ 10 ਤੋਂ 12-13 ਬੰਦਿਆਂ ਤੋਂ ਘੱਟ ਟੀਮ ਜਿਹੜੀ ਹਮੇਸ਼ਾ ਪ੍ਰੈਜ਼ੈਂਟ ਰਹੀ ਹੈ। ਤਾਂ ਫਿਰ ਤੁਸੀਂ ਖੁੱਲ੍ਹ ਕੇ ਕਿਉਂ ਨਹੀਂ ਗੱਲ ਕਰਦੇ ਇਸ ਚੀਜ਼ ਤੇ ਕਿ ਅਗਰ ਤੁਹਾਡੀ ਜੇਬ 'ਚੋਂ ਪੈਸੇ ਲੱਗੇ ਨੇ ਉਹ ਵੀ ਕਿਉਂ ਨਹੀਂ ਤੁਹਾਡੇ ਵੱਲੋਂ ਦੱਸਿਆ ਜਾਂਦਾ, ਔਰ ਨਹੀਂ ਲੱਗੇ ਤਾਂ ਵੀ ਕਿਸ ਤਰੀਕੇ ਨਾਲ ਚਲਾਇਆ? ਕਿਉਂਕਿ ਤੁਹਾਡੇ ਤੇ ਜਿਹੜੇ ਸਵਾਲ ਖੜੇ ਹੋ ਗਏ ਸੀ, ਵੱਡੇ ਸਵਾਲ ਨੇ, ਔਰ ਬੜਾ ਜਿਹੜਾ ਅੰਦੋਲਨ 'ਚ ਲੋਕ ਬੜੇ ਭਾਵਨਾਤਮਕ ਤੌਰ ਤੇ ਜੁੜੇ ਰਹੇ, ਸਪੋਰਟ ਵੀ ਜਿਨ੍ਹਾਂ ਨੇ ਕੀਤੀ। ਤਾਂ ਹੁਣ ਲਗਾਤਾਰ ਜਦੋਂ ਸਮਾਪਤੀ ਤੋਂ ਬਾਅਦ ਸਵਾਲ ਇੱਕ ਦੂਜੇ ਦੇ ਉੱਪਰ ਹੋ ਰਹੇ ਨੇ, ਤਾਂ ਵਿੱਚੇ ਤੁਹਾਡਾ IT ਸੈੱਲ ਵੀ ਆਇਆ ਹੋਇਆ, ਤਾਂ ਫਿਰ ਤੁਸੀਂ ਖੁੱਲ੍ਹ ਕੇ ਕਲੈਰੀਫਿਕੇਸ਼ਨ ਕਿਉਂ ਨਹੀਂ ਦੇ ਰਹੇ ਕਿ ਇੰਨਾ ਪੈਸਾ ਸਾਡੇ ਕੋਲੋਂ ਲੱਗਿਆ ਜਾਂ ਕਿਵੇਂ ਆਇਆ, ਕਿਵੇਂ ਗਿਆ? ਦੇਖੋ, ਹੁਣ ਇਹ ਗੱਲ ਸਾਰੀ ਜਦੋਂ 36 ਲੱਖ ਜਿਹੜਾ ਉਹਨਾਂ ਨੇ ਕਿਹਾ ਉਹ ਤੁਸੀਂ ਕਲੀਅਰ ਕਰਤਾ, ਉਹ ਤੇ ਮੈਂ ਤੁਹਾਨੂੰ ਦੱਸਤਾ ਕਿ ਇੱਥੇ ਹਾਂ ਬਿਲਕੁਲ ਇਹਦੇ ਤਾਂ ਬਿੱਲ ਪਏ ਨੇ, ਇਹਦਾ ਸਾਰਾ ਕੁਝ ਪਿਆ ਹੋਇਆ, ਇਹਦਾ ਕੋਈ ਹਵਾ ਦੇ ਵਿੱਚ ਇੱਕ ਚੀਜ਼ ਨਹੀਂ ਹੈਗੀ। ਤੇ ਹੁਣ ਅਗਲੀ ਗੱਲ ਹੈ, ਇਹ ਉਹਨਾਂ ਨੂੰ ਪਤਾ ਹੈ, ਰਮਿੰਦਰ ਪਟਿਆਲਾ ਜੀ ਨੂੰ ਵੀ ਪਤਾ ਵਾ, ਹਰ ਇੱਕ ਕਿਸਾਨ ਆਗੂ ਨੂੰ ਪਤਾ ਆ। ਤੁਸੀਂ ਉਹਨਾਂ ਤੋਂ ਵੀ ਕਨਫਰਮ ਕਰ ਸਕਦੇ ਹੋ ਕਿ ਆਹ ਜਿਹੜੀ ਗੱਲ ਹੈ ਬਲਜੀਤ ਜੋ ਕਹਿ ਰਿਹਾ ਇੱਦਾਂ ਹੀ ਆ ਕਿ ਜਾਂ ਇਹਦੇ ਵਿੱਚ ਕੋਈ ਕੰਟਰਾਡਿਕਸ਼ਨ ਹੈ, ਜਾਂ ਇਹਦੇ 'ਚ ਕੋਈ ਫਰਕ ਹੈ। ਬ੍ਰਦਰ, ਹੁਣ ਜਿੱਦਾਂ ਪਰਸਨਲ ਮੇਰੇ ਤੇ ਉਂਗਲਾਂ ਚੁੱਕੀਆਂ ਗਈਆਂ ਬਲਜੀਤ ਦਾ ਬਾਈ ਨੇਮ ਨਾਮ ਲੈ ਕੇ, ਕਿਉਂਕਿ ਤੁਸੀਂ ਉੱਥੇ ਰਹੇ, ਬਹੁਤ ਸਾਰੇ ਲੋਕ ਤੁਹਾਨੂੰ ਜਾਣਦੇ ਆ। ਮੇਰੀ ਟੀਮ ਨੇ ਮੈਨੂੰ ਇਹ ਚੀਜ਼ ਦੇ ਵਿੱਚ ਫੋਰਸ ਕੀਤਾ ਕਿ ਨਹੀਂ, ਇਹਦੇ ਨਾਲ ਸਾਡੇ ਆਪਣੇ ਵੀ ਜਿਹੜੇ ਆ ਉਹਨਾਂ ਨੂੰ ਵੀ ਇਦਾਂ ਲੱਗਦਾ ਕਿ ਯਾਰ ਕੁਛ
ਗਲਤ ਤੇ ਨਹੀਂ ਹੋਇਆ, ਕੁਛ ਪੈਸੇ ਖਾਦੇ ਤੇ ਨਹੀਂ ਗਏ। ਮੈਂ ਭਰਾ ਓਪਨਲੀ ਤੁਹਾਡੇ ਇਸ ਪਲੇਟਫਾਰਮ ਤੇ ਕਹਿ ਰਿਹਾ, ਤੁਹਾਡੇ ਬਹੁਤ ਵਿਊਅਰ ਨੇ, ਤੁਹਾਨੂੰ ਲੋਕ ਦੇਖਦੇ ਨੇ, ਦੁਨੀਆ ਭਰ ਦੇ ਵਿੱਚ ਦੇਖਦੇ ਨੇ, ਹੈ ਨਾ ਬ੍ਰਦਰ। ਮੈਨੂੰ ਇੱਕ ਮੇਰੀ ਭੈਣ ਬਣੀ, ਉਹਦਾ ਨਾਮ ਹੈ ਹਰਬੀਰ ਜੀ। 7 8 8.5 8 ਇੰਨੇ ਪੈਸੇ ਮੈਨੂੰ ਉਹਨਾਂ ਨੇ ਦਿੱਤੇ ਨੇ, 8 ਲੱਖ ਰੁਪਏ ਉਹਨਾਂ ਨੇ ਕੀਤੀ ਹੈ ਜੀ। ਲੱਖ ਰੁਪਈਆ ਮੇਰਾ ਇੱਕ ਦੋਸਤ ਹੈ, ਮੇਰਾ ਮਿੱਤਰ ਹੈ, ਉਹਨਾਂ ਨੇ ਦਿੱਤਾ ਹੈ ਜੀ। 50,000 ਰੁਪਈਆ ਮੇਰੇ ਇੱਕ ਦੋਸਤ ਨੇ ਦਿੱਤਾ ਹੈ। ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚੋਂ ਬਾਂਹ ਖੜੀ ਕਰਕੇ ਬੰਦਾ ਕੋਈ ਇਹ ਸਾਬਤ ਕਰਦੇ ਬਲਜੀਤ ਨੂੰ ਪੈਸੇ ਦਿੱਤੇ ਆ, ਜਾਂ ਬਲਜੀਤ ਦੇ ਖਾਤੇ 'ਚ ਪਾਏ ਆ, ਜਾਂ ਬਲਜੀਤ ਦੇ ਕਿਸੇ ਬੰਦੇ ਨੂੰ ਦਿੱਤੇ ਆ, ਜੋ ਸਜ਼ਾ ਲਾਓਗੇ ਮੈਨੂੰ ਮਨਜ਼ੂਰ ਆ। ਔਰ ਨਾ ਹੀ ਤੁਸੀਂ ਕੁਛ ਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਤੋਂ ਲਿਆ ਗਾ ਜਾਂ ਉਹਨਾਂ ਨੇ ਤੁਹਾਨੂੰ ਦਿੱਤਾ ਗਾ। ਹਾਂ, ਜਿਹੜੇ ਮੈਂ ਤੁਹਾਨੂੰ ਕਲੀਅਰ ਕਰਤਾ, ਸੰਯੁਕਤ ਕਿਸਾਨ ਮੋਰਚੇ ਦਾ ਕੋਈ ਵੀ ਆਗੂ ਮੇਰੀ ਯੂਨੀਅਨ ਨੂੰ ਛੱਡ ਕੇ, ਮੇਰੀ ਯੂਨੀਅਨ ਵਾਲਿਆਂ ਨੇ 30,000 ਰੁਪਏ ਮੈਨੂੰ ਦਿੱਤਾ, ਕਿਉਂਕਿ ਮੈਂ ਉਹ ਯੂਨੀਅਨ 'ਚ ਕੰਮ ਕਰਦਾ। ਬਿਲਕੁਲ। ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਵਿੱਚ ਮੈਂ ਉਹਦੇ 'ਚ ਇੱਕ ਅਹੁਦੇ ਤੇ ਕੰਮ ਕਰਦਾ। 30,000 ਰੁਪਏ ਮੈਨੂੰ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਦਿੱਤਾ। ਉਹ ਮੇਰੀ ਸਾਡੀ ਆਪਣੀ ਯੂਨੀਅਨ ਹੈ ਨਾ। ਇਸ ਤੋਂ ਇਲਾਵਾ ਕੋਈ ਵੀ ਪ੍ਰੂਫ ਕਰਦੇ, ਆਖਰ ਜੇ ਮੈਂ ਪੈਸੇ ਖਾਦੇ ਆ, ਪਹਿਲਾਂ ਪ੍ਰੂਫ ਤੇ ਇਹ ਕਰਨਾ ਪਊਗਾ ਨਾ ਵੀ ਬਲਜੀਤ ਨੂੰ ਪੈਸੇ ਦਿੱਤੇ ਆ। ਤੇ ਜੇ ਬਲਜੀਤ ਨੂੰ ਦਿੱਤੇ ਆ ਤੇ ਬਲਜੀਤ ਦੱਸੇ ਪੈਸੇ ਕਿੱਥੇ ਲਾਏ ਆ। ਮੈਂ ਕਹਿੰਦਾ ਭਰਾ, ਮੈਂ ਇਸ ਤੋਂ ਇਲਾਵਾ 1 ਰੁਪਈਆ ਵੀ ਨਹੀਂ ਕਿਸੇ ਕੋਲੋਂ ਲਿਆ। ਜੇ ਮੈਂ ਲਿਆ ਨਹੀਂ ਤੇ ਮੈਂ ਖਾ ਕਿੱਦਾਂ ਲਏ? ਪੈਸੇ ਕਿਹਨਾਂ ਨੇ ਦਿੱਤੇ ਆ? ਪੈਸੇ ਮੇਰੇ ਫਾਦਰ ਨੇ ਦਿੱਤੇ ਆ, ਪੈਸੇ ਮੇਰੇ ਭਰਾ ਨੇ ਦਿੱਤੇ ਆ, ਪੈਸੇ ਮੇਰੇ 2 ਯਾਰ ਜਿਹੜੇ ਮੇਰੇ ਭਰਾਵਾਂ ਨਾਲੋਂ ਵੱਧ ਕੇ ਆ, ਜਿਹੜੇ ਹਿੱਕ ਡਾਹ ਕੇ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਖੜੇ ਰਹੇ ਪੂਰਾ 1 ਸਾਲ, ਪੈਸੇ ਉਹਨਾਂ ਨੇ ਲਾਏ ਆ। ਜਿਹਦੇ ਮੈਂ ਵੀ ਘੱਟ ਲਾਏ ਹੋਣਗੇ ਜਿੰਨੇ ਉਹਨਾਂ ਦੋਵਾਂ ਨੇ ਲਾਏ ਨੇ। ਤਾਂ ਹੁਣ ਇੱਥੇ ਬਲਜੀਤ ਗੱਲ ਆਉਂਦੀ ਹੈ ਕਿ ਤੁਸੀਂ ਕਿਹਾ ਕਿ ਕੰਮ ਅਸੀਂ ਕਰਾਂਗੇ ਕਿਸਾਨਾਂ ਦੇ ਲਈ ਜੀ, ਪਰ ਇਸ ਵਿਵਾਦ ਤੋਂ ਬਾਅਦ ਕਿਸ ਤਰੀਕੇ ਦੀ ਭੂਮਿਕਾ ਤੁਸੀਂ ਨਿਭਾਓਗੇ? ਕਿਉਂਕਿ ਹੁਣ ਉੱਥੇ ਇੱਕ ਜਿਹੜਾ ਪਲੇਟਫਾਰਮ ਸੀਗਾ, ਉੱਥੇ ਇੱਕ ਜਗ੍ਹਾ ਤੇ ਮੈਸੇਜ ਦੇਣ ਦਾ ਕੇਂਦਰ ਸੀਗਾ ਤੁਹਾਡੇ ਕੋਲੇ, ਤਾਂ ਹੁਣ ਤੁਹਾਡੀ ਕੀ ਪਲੈਨਿੰਗ ਹੈ? ਕਿਵੇਂ ਕਿਸਾਨਾਂ ਦੀਆਂ ਮੰਗਾਂ ਤਾਂ ਹੈਗੀਆਂ ਹੀ ਨੇ, ਕਿਸਾਨ ਤਾਂ ਕਹਿੰਦੇ ਕਿ ਸੰਘਰਸ਼ ਰਹੂਗਾ ਹੀ ਰਹੂਗਾ, MSP ਪਈ ਹੈ ਜਾਂ ਫਿਰ ਅਜੇ ਲਖੀਮਪੁਰ ਦੇ ਸ਼ਹੀਦ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਤਾਂ ਤੁਸੀਂ ਅੱਗੇ ਕਿਵੇਂ ਦਾ ਕੰਮ ਕਰੋਗੇ? ਹਜੇ ਸੰਯੁਕਤ ਕਿਸਾਨ ਮੋਰਚਾ ਵੀ ਹੈਗਾ ਪੂਰੀ ਤਰ੍ਹਾਂ ਜਿਹੜਾ ਉਹਦੇ 'ਚ, ਹਾਂ, ਤਾਂ ਉਹ ਤੁਸੀਂ ਕਿਸ ਤਰੀਕੇ ਨਾਲ ਕੰਮ ਕਰੋਗੇ? ਜਿਸ ਤਰੀਕੇ ਨਾਲ ਸੰਯੁਕਤ ਕਿਸਾਨ ਮੋਰਚਾ ਇੰਸਟਰਕਸ਼ਨਾਂ ਦਿੰਦਾ ਰਹੂਗਾ, ਜਿਸ ਤਰੀਕੇ ਨਾਲ ਉਹਨਾਂ ਦੀ ਰੂਪ ਰੇਖਾ ਹੋਊਗੀ ਅੱਗੇ ਦੀ, ਜਿਵੇਂ ਦੇ ਪ੍ਰੋਗਰਾਮ ਉਹ ਲੀਕਣਗੇ, ਉਸੇ ਤਰੀਕੇ ਨਾਲ ਹੀ ਕਿਸਾਨ ਏਕਤਾ ਮੋਰਚਾ ਜਿੱਦਾਂ ਪਹਿਲਾਂ ਉਹਨਾਂ ਦੇ ਨਾਲ ਕੰਮ ਕਰਦਾ ਸੀ, ਉਸੇ ਤਰੀਕੇ ਨਾਲ ਹੀ ਕਿਸਾਨ ਏਕਤਾ ਮੋਰਚਾ ਅੱਗੇ ਵੀ ਕੰਮ ਕਰੂਗਾ। ਇਹਦਾ ਮਤਲਬ ਤੁਸੀਂ ਜਾਇਆ ਕਰੋਗੇ? ਮੇਰੀ, ਹਾਂ, ਦੇਖੋ, ਮੇਰਾ ਇਹ ਪ੍ਰੋਫੈਸ਼ਨ ਨਹੀਂ ਹੈ, ਮੈਂ ਇਸ ਚੀਜ਼ ਦਾ ਐਕਸਪਰਟ ਨਹੀਂ ਹਾਂ। ਮੈਂ ਪੜ੍ਹਿਆ ਜ਼ਰੂਰ ਹਾਂ, ਮੇਰਾ ਹੋਰ ਵੀ ਕੰਮਕਾਰ ਹੈ, ਮੇਰਾ ਪਰਿਵਾਰ ਹੈ, ਮੇਰੇ ਬੱਚੇ ਆ ਛੋਟੇ 2, ਮੇਰੀ ਵਾਈਫ ਆ। ਮਤਲਬ ਮੈਨੂੰ ਲੱਗਦਾ ਨਹੀਂ ਵੀ ਹਰ ਹਫ਼ਤੇ ਜਾਂ 10 ਦਿਨ ਬਾਅਦ ਲੜਾਈ ਨਹੀਂ ਹੁੰਦੀ ਹੋਊਗੀ। ਵੀ ਤੁਸੀਂ ਤਾਂ ਇੱਧਰ ਹੀ ਲਾਗੇ ਪਰਿਵਾਰ ਵੀ ਹੈਗਾ ਘਰੇ, ਉਹਨਾਂ ਵੱਲ ਵੀ ਦੇਖੋ, ਬੱਚਿਆਂ ਵੱਲ ਵੀ ਦੇਖੋ। ਜਦੋਂ ਬੱਚੇ ਫੋਨ ਕਰਦੇ ਨਾ ਵੀਡੀਓ ਕਾਲ, ਜਾਂ ਸ਼ਾਮ ਨੂੰ ਕਰਦੇ ਜਾਂ ਸਵੇਰੇ ਕਰਨਗੇ, ਤੇ ਬੰਦੇ ਦਾ ਮਨ ਭਰ ਆਉਂਦਾ ਕਿ ਯਾਰ ਅਸੀਂ ਬਾਹਰ ਰਹਿ ਕੇ ਇੰਨਾ ਕੁਛ ਕਰ ਰਹੇ ਹਾਂ, ਸਭ ਕੁਛ 2-2 ਜੋੜੀਆਂ ਗੱਡੀ ਦੇ ਟਾਇਰਾਂ ਦੀਆਂ ਬਦਲਤੀਆਂ, ਗੱਡੀਆਂ ਭੰਨ ਲੀਆਂ, ਕਈ ਕੁਛ ਕੀਤਾ, ਫਿਰ ਵੀ ਤੁਸੀਂ ਮਤਲਬ ਉਸ ਚੀਜ਼ ਦਾ ਰਿਵਾਰਡ ਦੇ ਰਹੇ ਹੋ। ਦੇਖੋ ਬਲਜੀਤ, ਉਹ ਤਾਂ ਇੱਕ ਜਿਹੜਾ ਲੋਕਾਂ ਦੀ ਭਾਵਨਾ ਸੀ ਅੰਦੋਲਨ ਦੇ ਵਿੱਚ, ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਕੰਟਰੀਬਿਊਟ ਕੀਤਾ। ਪਰ ਇੱਕ ਹੋਰ ਸਵਾਲ ਸੀਗਾ, ਜਾਂਦੇ ਜਾਂਦੇ ਦੱਸਿਓ, ਆਖਰੀ ਸਵਾਲ ਹੈ ਕਿ ਇੱਕ ਜਿਹੜਾ IT ਸੈੱਲ ਦਾ ਜਿਹੜਾ ਲੋਗੋ ਤੁਹਾਨੂੰ YouTube ਨੇ ਦਿੱਤਾ, IT ਸੈੱਲ ਦਾ, ਉਹ ਕਿਸੇ ਪ੍ਰਾਈਵੇਟ ਕੰਪਨੀ ਕੋਲੇ ਦੇਖਿਆ ਗਿਆ ਤੇ ਲੋਕ, ਮੈਨੂੰ ਮਨਪ੍ਰੀਤ ਬਾਈ ਇਹ ਵੀ ਨਹੀਂ ਪਤਾ ਕਿ ਉਹ ਇਹ ਸਿਲਵਰ ਤੇ 골ਡਨ, ਹੁਣ ਮੈਨੂੰ ਆਣ ਕੇ ਪਤਾ ਲੱਗਾ ਪਿਛਲੇ 10-15 ਦਿਨ ਤੋਂ ਕਿ ਇਹਦਾ ਮਤਲਬ ਕੀ ਹੈ। ਇਹਦਾ ਮਤਲਬ ਇਹ ਹੈ ਕਿ ਤੁਹਾਡੇ ਨਾਲ ਉਹ ਕਿੰਨੇ ਸਬਸਕ੍ਰਾਈਬਰ ਜੁੜ ਗਏ, ਕੁਝ ਲੱਖ ਤੇ ਜਿਹੜਾ ਸਿਲਵਰ ਮਿਲਦਾ। ਹੁਣ ਸਾਡਾ ਲੁਧਿਆਣੇ ਸਾਡਾ ਵਾਰ ਰੂਮ ਹੈ ਸੈਟਾ ਪੂਰਾ, ਜਿੰਨੇ ਸਾਨੂੰ ਅਵਾਰਡ ਮਿਲੇ ਉਹ ਵੀ ਉੱਥੇ ਪਏ, ਜਿੰਨੇ ਸਾਡੇ ਆਇਡੈਂਟੀਟੀ ਕਾਰਡ ਬਣੇ ਸਾਰੇ ਉੱਥੇ ਪਏ। ਇਸ ਦਾ ਮਤਲਬ ਫੋਟੋ ਕੋਈ ਉੱਥੇ ਆਇਆ ਤੇ ਕਰਾ ਗਿਆ? ਨਹੀਂ, ਕਰਾ ਨਹੀਂ ਗਿਆ। ਜਿਹੜੇ ਸਾਨੂੰ ਉਹ 2 ਚੀਜ਼ਾਂ 2 ਕਿ 3 ਉਹ ਮਿਲੇ, ਉਹ ਵੀ ਉੱਥੇ ਪਏ। ਤੇ ਉਹੀ ਲੀਡ ਮੈਗਨੇਟ ਦੀ ਗੱਲ ਕਰਦੇ ਹੋ। ਤੇ ਇੱਕ ਮੇਰਾ ਭਰਾ ਉਹ ਆ ਜਿਹੜਾ ਦੋਵਾਂ ਦੇ ਵਿੱਚੋਂ ਇੱਕ ਉਹ ਆ ਜਿਹਨੇ ਦਿਨ ਰਾਤ
ਰਾਤ ਨਹੀਂ ਵੇਖੀ, ਹਨੇਰਾ ਨਹੀਂ ਵੇਖਿਆ, ਜੇ ਰਾਤ 2 ਵਜੇ ਵੀ ਫੋਨ ਕੀਤਾ ਵੀ ਭਾ ਸਵੇਰੇ 8 ਵਜੇ ਤੂੰ ਇੱਥੇ ਚਾਹੀਦਾ ਤੇ ਉਹ 8 ਵਜੇ ਵੀ ਉੱਥੇ ਪਹੁੰਚਿਆ। ਜਿਹਦੀ ਗੱਲ ਕਰ ਰਹੇ ਹੋ ਲੀਡ ਮੈਗਨੇਟ ਕੰਪਨੀ ਦੇ ਮਾਲਕ ਦੀ। ਬਿਲਕੁਲ ਅੱਛਾ, ਉਹਨਾਂ ਦਾ ਵੀ ਇੱਥੇ ਅਸੀਂ 3 ਜਾਣਿਆਂ ਨੇ ਇਕੱਠਿਆਂ ਨੇ, ਮੈਂ ਉਹੀ ਬਾਰ-ਬਾਰ ਕਹਿ ਰਿਹਾ, ਉਸ ਬੰਦੇ ਦੀ ਫੋਟੋ ਤਾਂ ਪਾਤੀ, ਫੋਟੋ ਪਾ ਕੇ ਕਹਿਤਾ ਕਿ ਆਹ ਕੌਣ ਆ। ਹੁਣ ਮੈਂ ਉਹਨੂੰ ਡੈਫਾਮੇਸ਼ਨ ਦਾ ਭੇਜ ਦੂੰਗਾ ਨੋਟਿਸ, ਜਿਹਨੇ ਪਾਤੀ। ਯਾਰ ਤੈਨੂੰ ਉਹਦੇ ਯੋਗਦਾਨ ਦਾ ਪਤਾ? ਉਹਨੂੰ ਮੈਂ ਕਹਿ ਰਿਹਾ ਜਿਨ੍ਹਾਂ ਨੇ ਪਾਈਆਂ ਕਿ ਉਸ ਬੰਦੇ ਦਾ ਯੋਗਦਾਨ ਕੀ ਆ। ਅੱਛਾ, ਇਹਦਾ ਮਤਲਬ ਆਈਟੀ ਸੈੱਲ ਦੇ 2 ਦਿਨ ਮੈਂ ਕਹਿੰਦਾ ਕਿ ਕੱਪੜੇ ਬਦਲਿਓ ਬਿਨਾ 3 ਦਿਨ ਉੱਥੇ, ਕਦੀ ਮੀਂਹ ਦੇ ਵਿੱਚ, ਕਦੀ ਠੰਡ ਦੇ ਵਿੱਚ, ਕਦੀ ਮਤਲਬ ਜੂਨ ਜੁਲਾਈ ਦੇ ਮਹੀਨਿਆਂ ਦੇ ਵਿੱਚ ਵੀ ਕਦੀ ਇੱਧਰ ਨੂੰ ਦੌੜ ਰਹੇ ਆ ਕੁਛ ਕਰਨ ਲਈ, ਕਦੀ ਇੱਧਰ ਨੂੰ ਦੌੜ ਰਹੇ ਕੁਛ ਕਰਨ ਲਈ, ਕਦੀ ਇੱਧਰ ਨੂੰ ਦੌੜ ਰਹੇ ਕੁਛ ਕਰਨ ਲਈ। ਉਹਨੇ ਗੁਨਾਹ ਕਰ ਲਿਆ। ਅੱਜ ਕੋਈ ਗੱਲ 21 ਹਫ਼ਤੇ ਪਹਿਲਾਂ ਉਹਨੇ ਉਹਦੇ ਨਾਲ ਫੋਟੋ ਪਾਈ ਹੈ। 21 ਹਫ਼ਤੇ ਪਹਿਲਾਂ ਮੈਂ ਕੱਲ ਦੇਖਿਆ ਉਹਦੇ ਸਕਰੀਨਸ਼ਾਟ ਦੇ ਉੱਪਰ ਨਾ 21 ਵੀਕਸ ਲਿਖਿਆ ਹੁੰਦਾ ਸੀ। ਯਾਰ ਉਹਦਾ ਯੋਗਦਾਨ ਤਾਂ ਦੇਖ ਲਓ। ਉਹਨੂੰ ਬੰਦੇ ਨੂੰ ਟਾਰਗੇਟ ਕਰਨ ਲਈ ਜਿਹੜੇ ਬੰਦੇ ਨੇ, ਮੰਨ ਲਓ ਮੈਂ ਚੱਲ ਸਕਦਾ, ਲੋਕ ਇਸੇ ਕਰਕੇ ਕਹਿ ਰਹੇ ਕਿ ਪਹਿਲਾਂ ਹੀ ਉਹ ਇੱਕ ਪ੍ਰੋਡਕਸ਼ਨ ਹਾਊਸ ਹੈ ਔਰ ਹੁਣ ਇਹ ਜਿਹੜਾ ਕਿਸਾਨਾਂ ਦਾ ਜਿਹੜਾ ਪ੍ਰੋਡਕਸ਼ਨ ਹਾਊਸ ਨਹੀਂ, ਆਈਟੀ ਸੈੱਲ ਵੀ ਹੁਣ ਉੱਥੇ ਕਰੂਗਾ ਕੰਮ, ਜਾਂ ਕਹਿ ਲਓ ਡਿਜੀਟਲ ਮੀਡੀਆ ਦੇ ਵਿੱਚ ਹੈਗੇ ਨੇ ਪਹਿਲੇ। ਮੇਰੇ ਭਰਾ ਬਿਲਕੁਲ ਉਹ ਡਿਜੀਟਲ ਪਲੇਟਫਾਰਮ ਹੈ, ਡਿਜੀਟਲ ਕੰਪਨੀ ਹੈ। ਮੈਂ ਕਹਿ ਰਿਹਾ ਕਿ ਮੇਰੀ ਬੈਕਗ੍ਰਾਉਂਡ ਨਹੀਂ ਹੈਗੀ ਇਸ ਲਾਈਨ ਦੀ। ਤਾਂ ਤੁਸੀਂ ਉਹਨਾਂ ਤੋਂ ਸਹਿਯੋਗ ਲਿਆ ਜਾਂ ਮਦਦ ਲਈ? ਜਦੋਂ ਮੈਂ ਸ਼ੁਰੂਆਤ ਕਰਨੀ ਸੀ ਮੈਂ ਉਹਦੇ ਕੋਲੋਂ ਹੀ ਸਾਰੀ ਮਦਦ ਲਈ ਹੈ। ਟਾਈਮ ਟੂ ਟਾਈਮ ਮੇਰੀ ਰੀਡ ਦੇ ਮਣਕੇ ਹੀ ਸੀ ਯਾਰ ਉਹ। ਟਾਈਮ ਟੂ ਟਾਈਮ ਹਰ ਇੱਕ ਚੀਜ਼ ਪੁੱਛੀ ਹੈ, ਆਹ ਚੀਜ਼ ਕਰਨੀ, ਇਹਨੂੰ ਕਿਵੇਂ ਕਰਾਂ, ਆਹ ਚੀਜ਼ ਨੂੰ ਮੈਂ ਕਿਵੇਂ ਇਹਨੂੰ ਕਰ ਸਕਦਾ, ਕਿਵੇਂ ਇਹਨੂੰ ਲੋਕਾਂ ਤੱਕ ਪਹੁੰਚਾ ਸਕਦਾ। ਯਾਰ ਉਹਨਾਂ ਦੇ ਸਵਾਲ ਖੜੇ ਕਰ ਰਹੇ, ਉਹਨਾਂ ਨੇ ਪੈਸੇ ਕਮਾ ਲਏ। ਯਾਰ ਉਹਨਾਂ ਜੇਬ ਚੋਂ ਪੈਸੇ ਲਾਏ। ਕੀ ਉਹਨਾਂ ਦਾ ਗੁਨਾਹ ਇਹ ਆ ਕਿ ਉਹਨਾਂ ਨੇ ਜਿੰਨੇ ਵੀ ਪੈਸੇ ਸਾਡੇ ਲੱਗੇ, ਲੱਖਾਂ ਦੇ ਹਿਸਾਬ ਨਾਲ ਪੈਸੇ ਲੱਗੇ, ਕਿ ਉਹਨਾਂ ਦਾ ਗੁਨਾਹ ਇਹ ਆ ਕਿ ਉਹਨਾਂ ਨੇ ਪੈਸੇ ਲਾਤੇ? ਬਲਜੀਤ, ਸਾਰੇ ਸਵਾਲਾਂ ਦੇ ਤੁਸੀਂ ਜਵਾਬ ਦਿੱਤੇ ਨੇ, ਪਰ ਆਖਰ ਦੇ ਵਿੱਚ ਸਵਾਲ ਇਹੀ ਹੈ ਕਿ ਤੁਸੀਂ ਭਾਵੇਂ ਸਾਫ਼ ਕੀਤਾ ਕਿ ਜਿਹੜਾ ਕਿਸਾਨਾਂ ਦੇ ਲਈ ਹੀ, ਕਿਸਾਨੀ ਸੰਘਰਸ਼ ਦੇ ਲਈ ਹੀ ਕੰਮ ਕਰਾਂਗੇ ਜਿਹੜਾ ਉਸ ਪੇਜ ਦੇ ਉੱਪਰ, ਤਾਂ ਤੁਸੀਂ ਕਿ ਟਾਈਮ ਕੱਢਣਾ ਵੀ ਔਖਾ, ਕਿਵੇਂ ਮੈਨੇਜ ਚੀਜ਼ਾਂ ਹੋਣਗੀਆਂ? ਬਿਲਕੁਲ, ਉਹਦੇ ਲਈ ਜਿਵੇਂ ਟੀਮ ਪਹਿਲਾਂ ਕੰਮ ਕਰਦੀ ਸੀ, ਅਸੀਂ ਉਹਦੀ ਰੂਪਰੇਖਾ ਤੈਅ ਕਰ ਰਹੇ ਹਾਂ। ਮੇਰੀ 1-2 ਕਿਸਾਨ ਆਗੂਆਂ ਨਾਲ ਵੀ ਗੱਲ ਹੋਈ ਹੈ, 1-2 ਨਹੀਂ, 1-2 ਤੋਂ ਜ਼ਿਆਦਾ ਬੜਿਆਂ ਨਾਲ ਗੱਲ ਹੋਈ ਹੈ। ਉਹਨਾਂ ਨਾਲ ਬਹਿ ਕੇ ਮੀਟਿੰਗ ਕਰਾਂਗਾ, ਉਹਨਾਂ ਨੂੰ ਦੱਸਾਂਗਾ ਕਿ ਆਹ ਬੰਦੇ ਜਿਹੜੇ ਉਹਨੂੰ ਚਲਾਉਣ ਵਾਸਤੇ, ਚਾਹੇ ਕੋਈ ਐਂਕਰ ਹੈ, ਚਾਹੇ ਕੋਈ ਸਵਾਲ ਜਵਾਬ ਕਰਨ ਵਾਲਾ ਪੱਤਰਕਾਰ ਵੀਰ ਰੱਖਦੇ ਆ ਜਾਂ ਕੁਛ ਵੀ ਕਰਦੇ ਆ, ਭਾਈ ਆਹ ਉਹਨਾਂ ਦੀਆਂ ਤਨਖਾਹਾਂ ਨੇ, ਆਹ ਉਹਨਾਂ ਦੇ ਟਰੈਵਲਿੰਗ ਦੇ ਖਰਚੇ ਨੇ, ਆਹ ਪਿੱਛੇ ਰਹਿ ਕੇ ਆਹ ਸਾਡੇ ਇੰਨੇ ਕੁ ਪੈਸੇ ਲੱਗਦੇ ਆ, ਉਹਦੇ ਲਈ ਅੱਜ ਤੱਕ ਅਸੀਂ ਮੋਨੋਟਾਈਜ਼ ਨਹੀਂ ਕੀਤਾ। ਬਿਲਕੁਲ, ਤੁਸੀਂ ਮੈਨੂੰ ਇਹ ਸਵਾਲ ਨਹੀਂ ਪੁੱਛਿਆ ਮੋਨੋਟਾਈਜੇਸ਼ਨ ਦਾ। ਮੋਨੋਟਾਈਜ਼ ਹੁੰਦਾ ਕਿ ਜਿਹੜੇ ਕਹਿੰਦੇ ਵਿਊਆਂ ਦੇ ਹਿਸਾਬ ਨਾਲ ਪੈਸੇ ਆਉਂਦੇ ਆ ਜਾਂ ਐਡ ਲੱਗਦੀ ਉਹਦੇ ਪੈਸੇ ਆਉਂਦੇ ਆ। ਬ੍ਰਦਰ, ਅਸੀਂ ਅੱਜ ਤੱਕ ਕੋਈ ਐਡ ਨਹੀਂ ਲਾਈ, ਅਸੀਂ ਅੱਜ ਤੱਕ ਇਹਨੂੰ ਮੋਨੋਟਾਈਜ਼ ਨਹੀਂ ਕੀਤਾ। ਉਹਦੇ ਕੀ ਕਾਰਨ ਸੀਗੇ ਖਾਸ ਤੌਰ ਤੇ? ਵਧੀਆ, ਉਹਦੇ ਕਾਰਨ ਇਹ ਸੀਗੇ, ਉਹਦੇ ਕਾਰਨ ਮੈਂ ਇਹ ਦੱਸ ਦਿੰਦਾ ਬ੍ਰਦਰ। ਕਿਸਾਨ ਏਕਤਾ ਮੋਰਚਾ ਇੱਕ, ਜਿੰਨੇ ਵੀ ਚੈਨਲਸ ਨੇ, ਚਾਹੇ ਛੋਟੇ ਚੈਨਲ ਨੇ ਚਾਹੇ ਵੱਡੇ ਚੈਨਲ ਨੇ, ਉਹਨਾਂ ਵਾਸਤੇ ਇੱਕ ਪਲੇਟਫਾਰਮ ਬਣ ਗਿਆ ਸੀ। ਤੁਸੀਂ ਕਹਿੰਦੇ ਕਾਪੀਰਾਈਟ ਕਲੇਮ ਨਾ ਆਵੇ ਜਾਂ ਫਿਰ ਕੋਈ ਕਾਪੀਰਾਈਟ ਕਲੇਮ, ਕੋਈ ਕੁਝ ਵੀ। ਦੂਜੇ ਨੰਬਰ ਤੇ ਸਾਡੀ ਜੰਗ ਸੀ ਬੀਜੇਪੀ ਦੇ ਖਿਲਾਫ, ਸਾਡੀ ਜੰਗ ਸੀ ਅਡਾਨੀਆਂ ਅੰਬਾਨੀਆਂ ਦੇ ਖਿਲਾਫ। ਇੱਕ ਬੰਨੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸਾਨ ਏਕਤਾ ਮੋਰਚਾ ਦੇ ਉੱਪਰ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਹਾਂ, ਉਹਨਾਂ ਦੇ ਖਿਲਾਫ ਬੋਲ ਰਹੇ ਹਾਂ, ਤੇ ਉੱਪਰੋਂ ਐਡ ਹੀ ਉਹਨਾਂ ਦੀ ਚੱਲਦੀ ਹੋਵੇ ਵਿੱਚ। ਬਿਲਕੁਲ, ਬੀਜੇਪੀ ਦੀ ਚੱਲ ਜੇ, ਅਡਾਨੀ ਦੀ ਚੱਲ ਜੇ, ਅੰਬਾਨੀ ਦੀ ਚੱਲ ਜੇ, ਫੇਰ ਤਾਂ ਗਲਮਿਓ ਆਣ ਕੇ ਬਲਜੀਤ ਨੂੰ ਫੜਨਾ ਨਾ, ਉਹਨਾਂ ਦੇ ਖਿਲਾਫ। ਆ ਜੂਨ ਜੁਲਾਈ ਦੇ ਵਿੱਚ YouTube ਨੇ ਆਪਣੀਆਂ ਪਾਲਿਸੀਜ਼ ਚੇਂਜ ਕਰਤੀਆਂ ਕਿ ਤੁਸੀਂ ਚਾਹੇ ਮੋਨੋਟਾਈਜ਼ ਕਰਨਾ ਹੈ ਜਾਂ ਨਹੀਂ ਕਰਨਾ, ਜੇ ਸਾਨੂੰ ਲੱਗੇ ਕਿ ਅਸੀਂ ਇਸ ਕੰਟੈਂਟ ਤੋਂ ਪੈਸੇ ਕਮਾ ਸਕਦੇ ਹਾਂ ਤੇ ਅਸੀਂ ਉਹਨੂੰ ਮੋਨੋਟਾਈਜ਼ ਕਰਾਂਗੇ ਆਪਣੀ ਮਰਜ਼ੀ ਨਾਲ ਐਡ ਲਾ ਕੇ। ਆ ਥੋੜਾ ਸਮਾਂ ਪਹਿਲਾਂ ਕੋਈ ਪੁਰਾਣੀ ਵੀਡੀਓ, ਉਹਦੇ ਵਿੱਚ ਅਕਾਲੀ ਦਲ ਦੀ ਐਡ ਚੱਲ ਪਈ, ਉਹਦੇ ਤੇ ਮੁੱਦਾ ਬਣ ਗਿਆ। ਮੈਂ ਬਥੇਰੇ ਸਮਝਾਇਆ ਕਿ ਇਹ YouTube ਦੀ ਪਾਲਿਸੀ ਹੈ, ਅਸੀਂ ਨਹੀਂ ਮੋਨੋਟਾਈਜ਼ ਕੀਤਾ। ਪਰ ਹੁਣ ਲੱਗਦਾ ਕਿ ਭਵਿੱਖ ਦੇ ਵਿੱਚ ਤੁਸੀਂ ਕਿਹਾ ਕਿਸਾਨ ਲੀਡਰਾਂ ਨਾਲ ਗੱਲ ਚੱਲ ਰਹੀ ਹੈ। ਅਸੀਂ ਇਲੈਕਸ਼ਨ ਤੋਂ ਬਾਅਦ ਸਾਰੀ ਗੱਲਬਾਤ ਕਰਕੇ
ਉਹਦਾ ਸਾਰਾ ਬਲੂਪ੍ਰਿੰਟ ਤਿਆਰ ਕਰਕੇ ਉਹਦਾ ਸਾਰਾ ਯੂਨੀਅਨ ਨਾਲ ਗੱਲਬਾਤ ਕਰਕੇ ਤਾਂ ਖਰਚਿਆਂ ਲਈ ਮੋਨੇਟਾਈਜ਼ ਕੀਤਾ ਜਾ ਸਕਦਾ। ਖਰਚਿਆਂ ਵਾਸਤੇ ਉਹਨੂੰ ਮੋਨੇਟਾਈਜ਼ ਅਜੇ ਸਾਡੀ ਪਲੈਨਿੰਗ ਹੈ ਵੀ ਸਾਨੂੰ ਕਰਨਾ ਪੈਣਾ ਹੈ। ਉਹਨੂੰ ਕਰਾਂਗੇ, ਉਹਦੇ ਖਰਚੇ। ਮਨਪ੍ਰੀਤ ਬਾਈ, ਤੁਸੀਂ ਇੱਕ ਚੈਨਲ ਦੇ ਵਿੱਚ ਪੱਤਰਕਾਰ ਹੋ, ਤੁਹਾਡੇ ਨਾਲ ਪੁਰਾਣੇ ਰਿਲੇਸ਼ਨ, ਤੁਸੀਂ ਉੱਥੇ ਦਿੱਲੀ ਵੀ ਆਪਾਂ ਬਹੁਤ ਵਾਰੀ ਇਕੱਠੇ ਹੋਏ, ਇੱਥੇ ਪੰਜਾਬ ਦੇ ਵਿੱਚ ਵੀ ਬੜੇ ਥਾਵਾਂ ਤੇ ਇਕੱਠੇ ਹੋਏ। ਬਿਲਕੁਲ। ਮੈਂ ਤੁਹਾਨੂੰ ਇਹ ਚੀਜ਼ ਪੁੱਛਦਾ ਕਿ ਜਿਹੜੀ ਮੈਂ 2500 ਰੁਪਇਆ ਫਿਗਰ ਦੱਸੀ, ਕੈਮਰਾਮੈਨ ਤੇ ਉਹ ਲੈਪਟਾਪ ਤੇ ਉਹ ਸਾਰਾ ਸਿਸਟਮ, ਕੀ ਇਹ ਗਲਤ ਹੈ? ਨਹੀਂ, ਬਿਲਕੁਲ। ਜਿਹੜੇ ਇਕਵਿਪਮੈਂਟਸ 5-5000 ਰੁਪਏ ਚਾਰਜ ਕਰਦੇ ਕਿ ਨਹੀਂ ਕਰਦੇ? ਆਉਂਦਾ ਬਾਈ। 4 ਕੈਮਰੇ ਅਸੀਂ ਖਰੀਦੇ, 2 ਲੱਖ ਤੋਂ ਘੱਟ ਕਿਹੜਾ ਕੈਮਰਾ? ਮੈਂ ਮਿਨੀਮਲ ਕਹਿਣ ਡਿਆ। 4 ਕੈਮਰੇ, ਉਹਨਾਂ ਨੂੰ ਲਾਈਵ ਕਰਨ ਲਈ 4 ਕਿੱਟਾਂ, ਉਸ ਤੋਂ ਇਲਾਵਾ 3 ਸਾਨੂੰ ਕੈਮਰੇ ਕਿਸੇ ਨੇ ਦਿੱਤੇ, ਉਹ ਅਸੀਂ ਉਹਨਾਂ ਨੂੰ ਵਾਪਸ ਕਰਨੇ ਆ। ਉਹਨਾਂ ਨੇ ਸਾਡੀ ਮਦਦ ਕੀਤੀ ਸੀ, ਅੰਦੋਲਨ ਖਤਮ ਹੋ ਜਾਊਗਾ, ਸਾਨੂੰ ਵਾਪਸ ਕਰ ਦਿਓ। ਪਰ ਹੁਣ ਛੋਟੀਆਂ ਚੀਜ਼ਾਂ ਤੁਸੀਂ ਸਮਝੋਗੇ ਨਹੀਂ। ਗ੍ਰਾਫਿਕ ਕਾਰਡ ਹੈ 95,000 ਤੋਂ ਸਟਾਰਟ ਹੁੰਦਾ ਗ੍ਰਾਫਿਕ ਕਾਰਡ। 4 ਗ੍ਰਾਫਿਕ ਕਾਰਡ ਉੱਡ ਗਏ ਮੇਰੇ ਕੋਲ, ਬਿੱਲ ਤੱਕ ਪਏ ਆ, ਖਰਾਬ ਹੋਏ ਤੱਕ ਪਏ ਆ। ਦੇਖੋ ਬਲਜੀਤ, ਸਿਸਟਮ ਜਿੰਨੇ ਲੱਗੇ ਆ ਵਾਰ ਰੂਮ ਦੇ ਵਿੱਚ, ਹੈਵੀ ਸਿਸਟਮ ਲੱਗੇ ਆ, ਸਰਵਰ, ਸਿਕਿਉਰਿਟੀਜ਼, 10-15 ਲੱਖ ਰੁਪਏ ਦਾ ਖਰਚਾ ਇਹੀ ਹੈ। ਰਹੀ ਗੱਲ, ਕੋਈ ਸਵਾਲ ਚੁੱਕੂਗਾ ਵੀ ਸੈਲਰੀਜ਼ ਤੇ, ਹੱਥ ਜੋੜ ਕੇ ਬੇਨਤੀ, ਸਵਾਲ ਚੁੱਕਣ ਤੋਂ ਪਹਿਲਾਂ ਕੋਈ ਮੈਨੂੰ ਸੰਪਰਕ ਕਰ ਲੇ, ਕੋਈ ਤੁਹਾਨੂੰ ਸੰਪਰਕ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰਾ ਦਿਓ ਤੁਹਾਡੇ ਚੈਨਲ ਦੇ ਜ਼ਰੀਏ। ਕੋਈ ਵੀ ਬੰਦਾ ਆ ਕੇ ਦੇਖ ਸਕਦਾ, ਮੇਰੇ ਕੋਲ ਸੈਲਰੀ ਸਟੇਟਮੈਂਟਾਂ ਪਈਆਂ, ਮੈਂ ਹਵਾ 'ਚ ਪੈਸੇ ਨਹੀਂ ਦਿੱਤੇ। ਬਲਜੀਤ, ਖਾਸ ਤੌਰ ਤੇ ਇਹੀ ਵੱਡਾ ਸਵਾਲ ਸੀਗਾ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਸਾਨੂੰ। ਲੱਗਦਾ ਹੈ ਕਿ ਕਾਫੀ ਚੀਜ਼ ਮੈਂ ਕਲੀਅਰ ਹੋਰ ਕਰਨੀ ਚਾਹੁੰਦਾ, ਸੌਰੀ ਮੇਰੇ ਕੋਲ ਛੁੱਟ ਗਈ। ਇੱਕ ਟਵਿੱਟਰ ਤੇ ਬੜਾ ਚੱਲ ਰਿਹਾ ਕਿ ਟਵਿੱਟਰ ਦੇ ਜਿਹੜੇ ਹੈਸ਼ਟੈਗ ਟ੍ਰੈਂਡ ਹੁੰਦੇ ਸੀ, ਉਹਨਾਂ ਤੋਂ ਪੈਸਾ ਕਮਾਇਆ ਜਾਂਦਾ ਹੈ। ਟਵਿੱਟਰ ਤੇ ਪੇਡ ਵਰਕਰ ਰੱਖੇ ਗਏ। ਬ੍ਰਦਰ, ਜਿੰਨੀ ਵੀ ਟਵਿੱਟਰ ਤੇ ਕੰਪੇਨ ਚੱਲੀ ਹੈ, ਚਾਹੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਸਾਨੂੰ ਸਪੋਰਟ ਮਿਲੀ, ਚਾਹੇ ਇੱਥੋਂ ਸਪੋਰਟ ਮਿਲੀ, ਜਿੰਨੀ ਵੀ ਸਾਡੀ ਚੱਲੀ ਹੈ, ਸਾਰਾ ਵਲੰਟੀਅਰਲੀ ਕੰਮ ਕੀਤਾ ਉਹਨਾਂ ਨੇ। ਆਪਣੀ ਵਿਲ ਦੇ ਮੁਤਾਬਕ ਕੰਮ ਕੀਤਾ। ਉਹਨਾਂ ਨੇ ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖਿਆ। ਜਦੋਂ ਸਵੇਰੇ 7 ਵਜੇ ਹੈਸ਼ਟੈਗ ਪੈਂਦਾ ਸੀ ਕਿਸਾਨ ਏਕਤਾ ਮੋਰਚਾ ਤੋਂ, ਤੇ ਟਵੀਟਾਂ ਦੇ ਢੇਰ ਲੱਗ ਜਾਂਦੇ ਸੀਗੇ। 5-5, 6-6 ਲੱਖ, 7-7 ਲੱਖ ਟਵੀਟ ਵੀ ਹੋਈ ਹੈ ਇੱਕ ਦਿਨ। ਬਿਲਕੁਲ, ਬਹੁਤ ਜਣਿਆਂ ਨੇ ਉਹਨਾਂ ਦਿਨਾਂ ਦੇ ਵਿੱਚ ਇੰਸਟਾਲ ਕੀਤਾ। ਉਹਦੇ ਵਿੱਚ ਕੋਈ ਵੀ ਸਿਰਫ ਇੱਕ ਮੇਰੇ ਜਿਹੜਾ ਟਵਿੱਟਰ ਯੂਜ਼ ਕਰਦਾ ਸੀ, ਉਹ ਸਾਡੇ ਕੋਲ ਜਿਹੜਾ ਇੱਕ EMPLOYEE ਸਾਡਾ, ਉਹਦੇ ਤੋਂ ਇਲਾਵਾ ਕੋਈ ਵੀ ਉਹਦੇ 'ਚ ਪੇਡ ਵਰਕਰ ਨਹੀਂ ਸੀ ਭਰਾ। ਸਾਰਿਆਂ ਨੇ ਆਪਣੀ ਇੱਛਾ ਮੁਤਾਬਕ, ਮਰਜ਼ੀ, ਆਪਣੀ ਵਿਲ ਦੇ ਨਾਲ, ਵਿਲ ਦੇ ਹਿਸਾਬ ਨਾਲ ਕੰਮ ਕੀਤਾ, ਕਿਉਂਕਿ ਹਰ ਇੱਕ ਦੇ ਸੈਂਟੀਮੈਂਟ ਬਹੁਤ ਹਾਈ ਸੀ। ਬਿਲਕੁਲ ਬਲਜੀਤ, ਬਹੁਤ ਧੰਨਵਾਦ ਸਮਾਂ ਦਿੱਤਾ। ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਬਹੁਤ ਸਾਰੇ ਸਵਾਲ ਸੀਗੇ, ਬਹੁਤ ਸਾਰੇ ਜਿਹੜੇ ਵਿਵਾਦ ਜਿਹੜੇ ਬਣ ਰਹੇ ਸੀਗੇ। IT ਸੈੱਲ ਹੁਣ ਕਿਸ ਦੇ ਲਈ ਕੰਮ ਕਰੇਗਾ, ਕਿਵੇਂ ਕੰਮ ਕਰੇਗਾ? ਤਾਂ ਬਲਜੀਤ ਜਿਹੜੇ ਮੁਖੀ ਵੀ ਨੇ IT ਸੈੱਲ ਦੇ, ਔਰ ਲਗਾਤਾਰ IT ਸੈੱਲ ਚਲਾਉਂਦੇ ਰਹੇ, ਔਰ ਬਹੁਤ ਸਾਰੀਆਂ ਇੰਟਰਵਿਊਜ਼ ਤੁਸੀਂ ਦੇਖੀਆਂ ਹੋਣੀਆਂ ਇਹਨਾਂ ਦੀਆਂ IT ਸੈੱਲ ਦੇ ਉੱਪਰ। ਔਰ ਹੁਣ ਇਹਨਾਂ ਨੇ ਉਹ ਚੀਜ਼ਾਂ ਨੂੰ ਕਲੀਅਰ ਕੀਤਾ ਕਿ ਜਿਹੜਾ ਕਿਸਾਨ IT ਸੈੱਲ ਹੈ, ਹੁਣ ਵੀ ਕਿਸਾਨੀ ਸੰਘਰਸ਼ ਦੇ ਲਈ, ਜਿਹੜੀਆਂ ਕਿਸਾਨੀ ਮੰਗਾਂ ਦੇ ਲਈ, ਜਾਂ ਫਿਰ ਕਿਸਾਨਾਂ ਦੇ ਲਈ ਹੀ ਕੰਮ ਕਰੇਗਾ, ਕਿਸੇ ਦੀ ਪ੍ਰੋਪਰਟੀ ਨਿੱਜੀ ਨਹੀਂ ਹੋਏਗਾ। ਤਾਂ ਫਿਲਹਾਲ ਦੇ ਲਈ ਇੰਨਾ ਹੀ। ਜਿਹੜਾ ਵਿਵਾਦ ਸੀਗਾ, ਇਹ ਸਵਾਲ ਸੀਗੇ ਕਿ ਹੁਣ ਜਿਹੜਾ ਕਿਸਾਨ IT ਸੈੱਲ ਹੈ, ਉਹ ਕਿਸ ਦੀ ਪ੍ਰੋਪਰਟੀ ਹੋਏਗਾ, ਕਿਸ ਦੇ ਅੰਡਰ ਹੋਏਗਾ। ਤਾਂ ਬਲਜੀਤ ਹਰਾਂ ਨੇ ਕਲੀਅਰ ਕੀਤਾ ਕਿ ਜਿਹੜੀ ਕਿਸਾਨ IT ਸੈੱਲ ਦੀ ਭੂਮਿਕਾ ਸੀਗੀ, ਜਾਂ ਜਿਹੜਾ ਉਹ ਕੰਮ ਕਰਦਾ ਸੀਗਾ, ਉਹ ਜਾਰੀ ਰੱਖੇਗਾ। ਕਿਸਾਨੀ ਸੰਘਰਸ਼ ਦੇ ਲਈ, ਕਿਸਾਨੀ ਮੰਗਾਂ ਦੇ ਲਈ ਕਾਇਮ ਰਹੇਗਾ, ਔਰ ਕਿਸੇ ਵੀ ਪੋਲੀਟੀਕਲ ਧਿਰ ਦੇ ਲਈ ਕੰਮ ਨਹੀਂ ਕਰੇਗਾ। ਚਾਹੇ ਉਹ ਪੰਜਾਬ ਦੀਆਂ 22 ਜਥੇਬੰਦੀਆਂ ਜਿਹੜੀਆਂ ਪੋਲੀਟੀਕਲ ਰਣਨੀਤੀ ਤਿਆਰ ਕਰ ਰਹੀਆਂ ਨੇ ਜਾਂ ਚੋਣਾਂ ਲੜਨ ਜਾ ਰਹੀਆਂ ਨੇ, ਹੁਣ ਉਹਨਾਂ ਦੇ ਲਈ ਵੀ ਕੰਮ ਨਹੀਂ ਕਰੇਗਾ, ਔਰ ਕਿਸਾਨਾਂ ਦਾ ਹੀ ਜਿਹੜਾ IT ਸੈੱਲ ਹੈ ਉਹ ਰਹੇਗਾ। ਫਿਲਹਾਲ ਦੇ ਲਈ ਬਹੁਤ ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ Facebook ਪੇਜ, ਸਬਸਕ੍ਰਾਈਬ ਕਰੋ YouTube ਤੇ, ਅਤੇ ਫੋਲੋ ਕਰੋ Insta ਅਤੇ Twitter ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।